मैं ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਵਿੱਚ ਆਪਣੀ ਕਿਤਾਬ ਅਸੀਂ ਝੂਠ ਕਿਉਂ ਬੋਲਦੇ ਹਾਂ ਵਿੱਚੋਂ ਪਹਿਲਾ ਇੱਕ ਚੈਪਟਰ ਪੜ੍ਹਦਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਟੈਲੀਫੋਨ ਦੇ ਰਾਹੀਂ ਇੱਕ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹਨਾਂ ਨੁਕਤਿਆਂ ਬਾਰੇ ਜਿਹੜੇ ਮੈਂ ਆਪਣੇ ਲੇਖ ਦੇ ਵਿੱਚ ਆਪਣੇ ਨਿਬੰਧ ਦੇ ਵਿੱਚ ਉਠਾਏ ਹੁੰਦੇ ਆ ਉਹਨਾਂ ਬਾਰੇ ਗੱਲ ਹੋ ਸਕੇ ਜਾਣੀ ਕਿ ਜਾਂ ਕੁਛ ਨੁਕਤੇ ਜਿਨ੍ਹਾਂ ਬਾਰੇ ਮੈਂ ਸ਼ਾਇਦ ਆਪਣੇ ਲੇਖ ਵਿੱਚ ਆਪਣੇ ਨਿਬੰਧ ਦੇ ਵਿੱਚ ਆਪਣੇ ਆਰਟੀਕਲ ਵਿੱਚ ਨਾ ਜ਼ਿਕਰ ਕੀਤਾ ਹੋਵੇ ਉਹਨਾਂ ਬਾਰੇ ਗੱਲ ਕੀਤੀ ਜਾ ਸਕੇ। ਇਹ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਹੀ ਹਰਮਨ ਪਿਆਰਾ ਹੈ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਸਾਰੇ ਟੈਲੀਫੋਨ ਕਾਲਸ ਕਰਦੇ ਰਹਿੰਦੇ ਆ ਅਤੇ ਤੁਹਾਨੂੰ ਕਈ ਵਾਰੀ ਲਾਈਨ ਨਹੀਂ ਮਿਲਦੀ ਹੈ। ਉਹਦੇ ਲਈ ਜਿਸ ਤਰ੍ਹਾਂ ਮੈਂ ਅੱਗੇ ਵੀ ਬਹੁਤ ਵਾਰੀ ਤੁਹਾਨੂੰ ਕਿਹਾ ਕਿ ਅਸੀਂ ਪੂਰੀ ਅਜੇ ਕੋਸ਼ਿਸ਼ ਕਰ ਰਹੇ ਪਰ ਅਸੀਂ ਅਜੇ ਉਸ ਵਿੱਚ ਕਾਮਯਾਬ ਨਹੀਂ ਹੋਏ, ਪਰ ਫਿਰ ਵੀ ਜਿਹੜਾ ਤੁਹਾਡਾ ਇਹ ਪਿਆਰ ਹੈਗਾ, ਤੁਹਾਡਾ ਸਤਿਕਾਰ ਹੈਗਾ ਕਿ ਤੁਸੀਂ ਮੇਰੇ ਪ੍ਰੋਗਰਾਮ ਨੂੰ ਯਾਨੀ ਹਰ ਹਫ਼ਤੇ ਬਹੁਤ ਹੀ ਪਿਆਰ ਦੇ ਨਾਲ ਦੇਖਦੇ ਹਾਂ ਅਤੇ ਉਸ ਤੋਂ ਬਾਅਦ ਉਹਦੇ ਵਿੱਚ ਸ਼ਮੂਲੀਅਤ ਵੀ ਕਰਦੇ ਹਾਂ ਅਤੇ ਇਹੀ ਪ੍ਰੋਗਰਾਮ ਦੀ ਕਾਮਯਾਬੀ ਹੈ। ਅਤੇ ਅੱਜ ਦਾ ਵੀ ਜਿਹੜਾ ਮੈਂ ਵਿਸ਼ਾ ਲੈ ਕੇ ਆਇਆ ਹੈਗਾ ਤੁਹਾਡੇ ਨਾਲ ਜੋ ਸਾਂਝਾ ਕਰਨਾ ਚਾਹੁੰਦਾ ਉਹ ਵੀ ਆਪਣੇ ਸਾਰਿਆਂ ਨਾਲ ਸੰਬੰਧਿਤ ਹੈ। ਮੈਂ ਆਪਣੀਆਂ ਕਿਤਾਬਾਂ ਵਿੱਚ ਇਹੋ ਜਿਹੇ ਵਿਸ਼ਿਆਂ ਬਾਰੇ ਗੱਲ ਕਰਦਾ ਜਿਹੜੇ ਕਿ ਇਨਸਾਨਾਂ ਦੇ ਨਾਲ ਕੰਸਰਨਡ ਹੈਗੇ ਆ, ਜਿਹੜੇ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਕੰਸਰਨਡ ਹੈ, ਜਿਨ੍ਹਾਂ ਤੋਂ ਬਿਨਾਂ ਅਸੀਂ ਕਿਸੇ ਪਾਸੇ ਵੀ ਨਹੀਂ ਹਿੱਲ ਸਕਦੇ ਅਤੇ ਸਾਡੇ ਉਹ ਪਲ ਪਲ ਦੇ ਨਾਲ ਸੰਬੰਧਿਤ ਹੁੰਦੇ ਆ। ਅਤੇ ਇੱਕ ਹੋਰ ਵੀ ਗੱਲ ਜਿਹੜੀ ਕਿ ਮੈਂ ਆਪਣੀ ਕਿਤਾਬ ਦੇ ਵਿੱਚ ਜਿਹੜੇ ਲੇਖ ਮੈਂ ਲਿਖਦਾ ਹੈਗਾ, ਜਿਹੋ ਜਿਹੀਆਂ ਮੈਂ ਲਿਖਤਾਂ ਲਿਖਦਾ ਹੈਗਾ, ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਨਿਵੇਕਲੀ ਕਿਸਮ ਦੀਆਂ ਲਿਖਤਾਂ ਹੈਗੀਆਂ ਜਿਹੜੀਆਂ ਕਿ ਸ਼ਾਇਦ ਕਿਸੇ ਹੋਰ ਪੰਜਾਬੀ ਲੇਖਕ ਨੇ ਸ਼ਾਇਦ ਇਹਨਾਂ ਬਾਰੇ ਘੱਟ ਲਿਖਿਆ ਹੋਵੇ ਅਤੇ ਮੈਂ ਚਾਹੁੰਦਾ ਹੈਗਾ ਕਿ ਉਹ ਲਿਖਤਾਂ ਵੀ ਮੇਰੀਆਂ ਤੁਹਾਡੇ ਤੱਕ ਪਹੁੰਚਣ ਤਾਂ ਕਿ ਤੁਹਾਡੇ ਨਾਲ ਮੇਰੇ ਵਿਚਾਰ ਸਾਂਝੇ ਹੋ ਸਕਣ ਅਤੇ ਤੁਹਾਡੀਆਂ ਗੱਲਾਂ ਵੀ ਮੈਂ ਟੈਲੀਫੋਨ ਦੇ ਰਾਹੀਂ ਸੁਣ ਸਕਾਂ ਅਤੇ ਅਸੀਂ ਕਿਸੇ ਨਾ ਕਿਸੇ ਅੰਤਿਮ ਸੱਚ 'ਤੇ ਜੇ ਨਹੀਂ ਪਹੁੰਚ ਸਕਦੇ ਤਾਂ ਘੱਟੋ ਘੱਟ ਕਿਸੇ ਸੱਚ 'ਤੇ ਅਸੀਂ ਪਹੁੰਚ ਸਕੀਏ ਜਿਹਦੇ ਨਾਲ ਸਾਡੀ ਜ਼ਿੰਦਗੀ ਸੁਖਾਲੀ ਹੋ ਸਕੇ। ਅਤੇ ਅੱਜ ਦਾ ਲੇਖ ਵੀ ਜਿਹੜਾ ਹੈਗਾ ਉਹ ਮਸੀਂ 4 ਜਾਂ 5 ਮਿੰਟ ਲੱਗਣਗੇ ਅਤੇ ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਟੈਲੀਫੋਨ ਕਾਲਸ ਬੇਸ਼ੱਕ ਹੁਣ ਤੋਂ ਹੀ ਕਰ ਸਕਦੇ ਹਾਂ ਅਤੇ ਸਾਡੇ ਟੈਲੀਫੋਨ ਨੰਬਰ ਜਿਹੜੇ ਬਰਤਾਨੀਆ ਦਾ ਹੈਗਾ ਉਹ 01215024 ਹੈਗਾ ਜਿਹੜਾ ਕਿ ਸਕਰੀਨ 'ਤੇ ਵੀ ਆ ਰਿਹਾ ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰੋਂ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ ਮੋਰੇ 0044121424 ਸਾਰਾ ਨੰਬਰ ਘੁਮਾਉਣਾ ਪਊਗਾ ਅਤੇ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਰਕੇ ਜਿਹੜਾ ਹੈਗਾ ਆਪਣਾ ਜਿਹੜਾ ਟੈਲੀਫੋਨ ਹੈ ਹੋਲਡ ਕਰਾ ਸਕਦੇ ਹਾਂ। ਅਤੇ ਇਹ ਜਿਹੜਾ ਲੇਖ ਹੈਗਾ ਇਹਦਾ ਸਿਰਲੇਖ ਜਿਹੜਾ ਮੈਂ ਅੱਜ ਲਿਖਿਆ ਹੈਗਾ 4 ਜਾਂ 5 ਮਿੰਟ ਹੀ ਲੱਗਣਗੇ ਅਤੇ ਇਹਦਾ ਸਿਰਲੇਖ ਜਿਹੜਾ ਹੈਗਾ ਉਹਨੂੰ ਸਾਨੂੰ ਇੰਨਾ ਗੁੱਸਾ ਕਿਉਂ ਚੜ੍ਹਦਾ ਹੈ। ਇਹ ਮੇਰਾ ਖਿਆਲ ਜਿਹੜਾ ਲੇਖ ਹੈਗਾ ਹਰ ਇੱਕ ਨਾਲ ਹੀ ਛੋਟੇ ਬੱਚੇ ਨਾਲ ਵੀ ਅਤੇ ਵੱਡੇ ਨਾਲ ਵੀ ਸੰਬੰਧਿਤ ਹੈਗਾ ਅਤੇ ਆਪਾਂ ਇਹਦੇ ਤੋਂ ਕੁਛ ਨਾ ਕੁਛ ਜਿਹੜਾ ਲਰਨ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਅਤੇ ਮੈਂ ਇਸ ਲੇਖ ਨੂੰ 4 ਜਾਂ 5 ਮਿੰਟ ਦੇ ਵਿੱਚ ਫਿਨਿਸ਼ ਕਰਨ ਦੀ ਕੋਸ਼ਿਸ਼ ਕਰੂੰਗਾ। ਸਾਨੂੰ ਇੰਨਾ ਗੁੱਸਾ ਕਿਉਂ ਚੜ੍ਹਦਾ ਹੈ। ਇਸ ਕਿਤਾਬ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਅਸੀਂ ਝੂਠ ਕਿਉਂ ਬੋਲਦੇ ਹਾਂ ਉਹਦੇ ਵਿੱਚੋਂ ਹੈਗਾ। ਗੁੱਸੇ ਦੇ ਕਾਰਨ ਗੁੰਝਲਦਾਰ ਹਨ। ਵਿਗਿਆਨੀ ਵੀ ਮੰਨਦੇ ਹਨ ਕਿ ਗੁੱਸੇ ਦੇ ਕਾਰਨਾਂ ਬਾਰੇ ਉਹਨਾਂ ਨੂੰ ਇੰਨਾ ਪਤਾ ਨਹੀਂ, ਪਰ ਮਾਨਸਿਕ ਰੋਗਾਂ ਦੇ ਮਾਹਰ ਸਹਿਮਤ ਹਨ ਕਿ ਸਾਡਾ ਸਾਰਿਆਂ ਦਾ ਕਿਸੇ ਨਾ ਕਿਸੇ ਗੱਲ ਕਰਕੇ ਗੁੱਸਾ ਭੜਕ ਉੱਠਦਾ ਹੈ। ਕੁਝ ਗੱਲਾਂ ਅਜਿਹੀਆਂ ਚਿੰਗਿਆੜੀਆਂ ਹੁੰਦੀਆਂ ਹਨ ਜੋ ਇੱਕ ਇਨਸਾਨ ਨੂੰ ਲਾਲ ਪੀਲਾ ਕਰ ਦਿੰਦੀਆਂ ਹਨ। ਇਹ ਚਿੰਗਿਆੜੀਆਂ ਅਕਸਰ ਬੇਇਨਸਾਫੀ ਕਾਰਨ ਪੈਦਾ ਹੁੰਦੀਆਂ ਹਨ। ਇਹ ਚਿੰਗਿਆੜੀਆਂ ਉਦੋਂ ਭੜਕ ਸਕਦੀਆਂ ਹਨ ਜਦੋਂ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡੀ ਬੇਇੱਜ਼ਤੀ ਕੀਤੀ ਹੈ। ਸਾਡੇ ਗੁੱਸੇ ਦੀ ਅੱਗ ਉਦੋਂ ਹੀ ਭੜਕ ਸਕਦੀ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਸਾਡੇ ਅਧਿਕਾਰ ਨੂੰ ਖੋਹ ਰਿਹਾ ਹੈ ਜਾਂ ਨੇਕਨਾਮੀ ਨੂੰ ਖਤਰੇ ਵਿੱਚ ਪਾ ਰਿਹਾ ਹੈ। ਹਰ ਇਨਸਾਨ ਅੰਦਰ ਇਹ ਚਿੰਗਾੜੀਆਂ ਵੱਖੋ ਵੱਖਰੇ ਕਾਰਨਾਂ ਕਰਕੇ ਭੜਕਦੀਆਂ ਹਨ। ਵੱਖੋ ਵੱਖਰੀ ਉਮਰ ਅਤੇ ਸੱਭਿਆਚਾਰ ਦੇ ਆਦਮੀਆਂ ਅਤੇ ਔਰਤਾਂ ਨੂੰ ਵੱਖੋ ਵੱਖਰੇ ਕਾਰਨਾਂ ਕਰਕੇ ਗੁੱਸਾ ਆਉਂਦਾ ਹੈ। ਇਸ ਦੇ ਨਾਲ ਨਾਲ ਇਹ ਵੀ ਸੱਚਾਈ ਹੈ ਕਿ ਕੁਝ ਲੋਕ ਘੱਟ ਗੁੱਸੇ ਹੁੰਦੇ ਹਨ ਅਤੇ ਕੁਝ ਜ਼ਿਆਦਾ। ਕੁਝ ਲੋਕਾਂ ਨੂੰ ਕਦੇ ਕਦੇ ਗੁੱਸਾ ਆਉਂਦਾ ਹੈ ਅਤੇ ਉਹ ਗੱਲ ਦਾ ਇੰਨਾ ਬੁਰਾ ਨਹੀਂ ਮਨਾਉਂਦੇ ਜਦ ਕਿ ਦੂਸਰਿਆਂ ਨੂੰ ਝਟ ਗੁੱਸਾ ਆ ਜਾਂਦਾ ਹੈ ਅਤੇ ਉਹ ਸ਼ਾਇਦ ਕਈ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਜ਼ਿਆਦਾ ਸਮੇਂ ਲਈ ਗੁੱਸੇ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਅਸੀਂ ਅਜਿਹੇ ਮਾਹੌਲ ਵਿੱਚ ਰਹਿੰਦੇ ਹਾਂ ਜਿੱਥੇ ਗੁੱਸਾ ਚੜ੍ਹਾਉਣ ਵਾਲੀਆਂ ਕਈ ਗੱਲਾਂ ਹੋ ਸਕਦੀਆਂ ਹਨ। ਇਸ ਦੇ ਨਾਲ ਨਾਲ ਇਹਨਾਂ ਗੱਲਾਂ ਕਰਕੇ ਲੱਗਦਾ ਹੈ ਕਿ ਲੋਕਾਂ ਦਾ ਪਾਰਾ ਹੋਰ ਚੜ੍ਹ ਰਿਹਾ ਹੈ। ਪਰ ਕਿਉਂ? ਇੱਕ ਕਾਰਨ ਹੈ ਕਿ ਅੱਜ ਹਰ ਜਗ੍ਹਾ ਲੋਕ ਇੰਨੇ ਸਵਾਰਥੀ ਹੋ ਗਏ ਹਨ ਕਿ ਉਹਨਾਂ ਨੂੰ ਦੂਸਰਿਆਂ ਦੀ ਕੋਈ ਪਰਵਾਹ ਨਹੀਂ। ਉਹ ਪੈਸੇ ਦੇ ਪ੍ਰੇਮੀ, ਸ਼ੇਖੀਬਾਜ਼, ਹੰਕਾਰੀ, ਜ਼ਿੱਦੀ, ਘਮੰਡੀ ਅਤੇ ਕਈ ਗਲਤ ਫਹਿਮੀਆਂ ਨਾਲ ਫੁੱਲੇ ਹੁੰਦੇ ਹਨ। ਜਦ ਇਹਨਾਂ ਸਵਾਰਥੀ ਲੋਕਾਂ ਦੀ ਜਿੱਦ ਪੂਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਅਕਸਰ ਗੁੱਸਾ ਚੜ੍ਹ ਜਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਕਾਰਨ ਵੀ ਹਨ ਜਿਨ੍ਹਾਂ ਕਰਕੇ ਗੁੱਸੇ ਦੀ ਸਮੱਸਿਆ ਵੱਧਦੀ ਜਾ ਰਹੀ ਹੈ, ਜਿਵੇਂ ਮਾਪਿਆਂ ਦੀ ਮਿਸਾਲ। ਬਚਪਨ ਅਤੇ ਜਵਾਨੀ ਵਿੱਚ ਇੱਕ ਇਨਸਾਨ ਦੇ ਸੁਭਾਅ 'ਤੇ ਮਾਪਿਆਂ ਦਾ ਗਹਿਰਾ ਅਸਰ ਪੈਂਦਾ ਹੈ।
ਮਨੋਵਿਗਿਆਨੀ ਹੈਰੀ ਐਲ ਮਿਲਜ਼ ਕਹਿੰਦਾ ਹੈ, ਬਹੁਤ ਛੋਟੀ ਉਮਰ ਤੋਂ ਲੋਕ ਆਪਣੇ ਆਲੇ ਦੁਆਲੇ ਦੇ ਗੁੱਸੇਖੋਰ ਲੋਕਾਂ ਦੀ ਰੀਸ ਕਰਨ ਦੁਆਰਾ ਗੁੱਸਾ ਪ੍ਰਗਟਾਉਣਾ ਸਿੱਖਦੇ ਹਨ। ਜੇ ਬੱਚੇ ਦੀ ਪਰਵਰਿਸ਼ ਅਜਿਹੇ ਬੁਰੇ ਮਾਹੌਲ ਵਿੱਚ ਹੁੰਦੀ ਹੈ ਜਿੱਥੇ ਛੋਟੀਆਂ-ਮੋਟੀਆਂ ਗੱਲਾਂ ਕਾਰਨ ਗੁੱਸਾ ਭੜਕ ਉੱਠਦਾ ਹੈ, ਤਾਂ ਕਿਹਾ ਜਾ ਸਕਦਾ ਹੈ ਕਿ ਬੱਚੇ ਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਗੁੱਸੇ ਨਾਲ ਨਿਪਟਣ ਦੀ ਸਿਖਲਾਈ ਮਿਲ ਰਹੀ ਹੈ। ਤੁਸੀਂ ਬੱਚੇ ਦੀ ਸਥਿਤੀ ਦੀ ਤੁਲਨਾ ਉਸ ਪੌਦੇ ਨਾਲ ਕਰ ਸਕਦੇ ਹੋ ਜਿਸ ਨੂੰ ਜ਼ਹਿਰੀਲਾ ਪਾਣੀ ਦਿੱਤਾ ਗਿਆ ਹੈ। ਪੌਦਾ ਸ਼ਾਇਦ ਉੱਗ ਜਾਵੇ, ਪਰ ਇਸ ਦਾ ਵਾਧਾ ਰੁਕ ਸਕਦਾ ਹੈ ਅਤੇ ਇਸ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚ ਸਕਦਾ ਹੈ। ਗੁੱਸਾ ਜ਼ਹਿਰੀਲੇ ਪਾਣੀ ਵਾਂਗ ਹੈ ਅਤੇ ਜਿਹੜੇ ਬੱਚੇ ਗੁੱਸੇ ਭਰੇ ਮਾਹੌਲ ਵਿੱਚ ਪੜ੍ਹਦੇ ਹਨ, ਉਹਨਾਂ ਨੂੰ ਵੱਡੇ ਹੋ ਕੇ ਆਪਣੇ ਗੁੱਸੇ ਨੂੰ ਕਾਬੂ ਕਰਨ ਵਿੱਚ ਮੁਸ਼ਕਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਭੀੜ ਭੜੱਕੇ ਵਾਲੇ ਸ਼ਹਿਰ। ਸਾਲ 1800 ਵਿੱਚ ਦੁਨੀਆ ਦੀ 3% ਆਬਾਦੀ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੀ ਸੀ। 2008 ਵਿੱਚ ਗਿਣਤੀ ਵੱਧ ਕੇ 50% ਹੋ ਗਈ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 2050 ਵਿੱਚ ਇਹ ਗਿਣਤੀ ਵੱਧ ਕੇ 70% ਹੋ ਜਾਵੇਗੀ। ਜਿੱਦਾਂ ਜਿੱਦਾਂ ਹੋਰ ਜ਼ਿਆਦਾ ਲੋਕ ਇਹਨਾਂ ਭੀੜ ਭੜੱਕੇ ਵਾਲੇ ਸ਼ਹਿਰਾਂ ਵਿੱਚ ਜਾ ਰਹੇ ਹਨ, ਉੱਦਾਂ ਲੋਕਾਂ ਦਾ ਗੁੱਸਾ ਅਤੇ ਖਿਝ ਵੱਧਦੀ ਜਾਂਦੀ ਹੈ। ਇੱਕ ਮਿਸਾਲ ਹੈ ਮੈਕਸੀਕੋ ਸਿਟੀ ਦੀ, ਜੋ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਜ਼ਿਆਦਾ ਭੀੜ ਭੜੱਕੇ ਵਾਲਾ ਸ਼ਹਿਰ ਹੈ। ਸਭ ਤੋਂ ਜ਼ਿਆਦਾ ਟੈਨਸ਼ਨ ਲੋਕਾਂ ਨੂੰ ਟ੍ਰੈਫਿਕ ਜਾਮ ਕਰਕੇ ਹੁੰਦੀ ਹੈ। ਮੈਕਸੀਕੋ ਸਿਟੀ ਵਿੱਚ 1 ਕਰੋੜ 80 ਲੱਖ ਲੋਕ ਰਹਿੰਦੇ ਹਨ ਅਤੇ 60 ਲੱਖ ਕਾਰਾਂ ਹਨ। ਇੱਕ ਪੱਤਰਕਾਰ ਮੁਤਾਬਕ ਇਹ ਸ਼ਹਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਤਣਾਅ ਭਰੀ ਰਾਜਧਾਨੀ ਹੋ ਸਕਦੀ ਹੈ। ਬਹੁਤ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਲੋਕਾਂ ਦਾ ਪਾਰਾ 7ਵੇਂ ਅਸਮਾਨ 'ਤੇ ਚੜ੍ਹ ਜਾਂਦਾ ਹੈ। ਭੀੜ ਭੜੱਕੇ ਵਾਲੇ ਸ਼ਹਿਰਾਂ ਵਿੱਚ ਤਣਾਅ ਦੇ ਹੋਰ ਵੀ ਕਾਰਨ ਹਨ, ਜਿਨ੍ਹਾਂ ਵਿੱਚੋਂ ਹਵਾ ਅਤੇ ਸ਼ੋਰ ਪ੍ਰਦੂਸ਼ਣ, ਘਰਾਂ ਦੀ ਘਾਟ, ਵੱਖਰੇ ਸੱਭਿਆਚਾਰਕ ਮਤਭੇਦ ਅਤੇ ਬਹੁਤ ਜ਼ਿਆਦਾ ਅਪਰਾਧ ਸ਼ਾਮਲ ਹਨ। ਜਿੱਦਾਂ ਤਣਾਅ ਵੱਧਦਾ ਜਾਂਦਾ ਹੈ, ਉੱਦਾਂ ਲੋਕਾਂ ਦਾ ਚਿੜਚਿੜਾਪਨ ਅਤੇ ਗੁੱਸਾ ਵੱਧਦਾ ਜਾਂਦਾ ਹੈ ਅਤੇ ਉਹ ਬੇਸਬਰੇ ਹੁੰਦੇ ਜਾ ਰਹੇ ਹਨ। ਆਰਥਿਕ ਮੰਦੀ। ਦੁਨੀਆ ਭਰ ਵਿੱਚ ਆਰਥਿਕ ਮੰਦੀ ਕਰਕੇ ਲੋਕਾਂ ਵਿੱਚ ਤਣਾਅ ਅਤੇ ਚਿੰਤਾ ਪੈਦਾ ਹੋ ਗਈ ਹੈ। 2010 ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਸੰਯੁਕਤ ਰਾਸ਼ਟਰੀ ਸੰਘ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ILO ਨੇ ਸਾਂਝੀ ਰਿਪੋਰਟ ਵਿੱਚ ਕਿਹਾ, ਅੰਦਾਜ਼ਾ ਲਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ 21 ਕਰੋੜ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹਨ। ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ, ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਜਮ੍ਹਾਂ ਕੀਤਾ ਹੋਇਆ ਕੋਈ ਪੈਸਾ ਨਹੀਂ ਜਾਂ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਦਦ ਨਹੀਂ ਮਿਲਦੀ। ਨੌਕਰੀ ਕਰਨ ਵਾਲਿਆਂ ਦੀ ਵੀ ਹਾਲਤ ਇੰਨੀ ਚੰਗੀ ਨਹੀਂ ਹੈ। ILFO ਮੁਤਾਬਕ ਕੰਮ ਨਾਲ ਹੁੰਦਾ ਤਣਾਅ ਦੁਨੀਆ ਭਰ ਵਿੱਚ ਫੈਲੀ ਮਹਾਂਮਾਰੀ ਹੈ। ਅੰਟੀਰੀਓ ਕੈਨੇਡਾ ਦਾ ਮੈਨੇਜਮੈਂਟ ਸਲਾਹਕਾਰ ਲੌਰਨ ਜਰਟਸ ਕਹਿੰਦਾ ਹੈ, ਲੋਕ ਆਪਣੀਆਂ ਨੌਕਰੀਆਂ ਗਵਾਉਣ ਤੋਂ ਡਰਦੇ ਹਨ ਅਤੇ ਜਲਦੀ ਹੀ ਬੁਰਾ ਸਿੱਟਾ ਕੱਢ ਲੈਂਦੇ ਹਨ। ਨਤੀਜੇ ਵਜੋਂ ਉਹ ਚਿੜਚਿੜੇ ਹੋ ਜਾਂਦੇ ਹਨ ਅਤੇ ਆਪਣੇ ਸੁਪਰਵਾਈਜ਼ਰ ਜਾਂ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਲੜਨ ਲਈ ਤਿਆਰ ਹੋ ਜਾਂਦੇ ਹਨ। ਪੱਖਪਾਤ ਅਤੇ ਬੇਇਨਸਾਫੀ। ਫਰਜ਼ ਕਰੋ ਕਿ ਤੁਸੀਂ ਦੌੜ ਵਿੱਚ ਸ਼ਾਮਲ ਹੋ, ਪਰ ਤੁਹਾਨੂੰ ਪਤਾ ਲੱਗਦਾ ਹੈ ਕਿ ਸਿਰਫ ਤੁਹਾਨੂੰ ਹੀ ਆਪਣੇ ਪੈਰ ਜੰਜੀਰਾਂ ਨਾਲ ਬੰਨ੍ਹ ਕੇ ਦੌੜਨਾ ਪਵੇਗਾ। ਤੁਸੀਂ ਕਿਵੇਂ ਮਹਿਸੂਸ ਕਰੋਗੇ? ਇਸੇ ਤਰ੍ਹਾਂ ਹੀ ਲੱਖਾਂ ਹੀ ਲੋਕ ਮਹਿਸੂਸ ਕਰਦੇ ਹਨ ਜਦੋਂ ਉਹ ਨਸਲੀ, ਜਾਤ-ਪਾਤ, ਸ਼੍ਰੇਣੀ ਵੰਡ, ਰੰਗ, ਅਪਾਹਜਤਾ ਅਤੇ ਲਿੰਗ ਆਦਿ ਕਰਕੇ ਪੱਖਪਾਤ ਦਾ ਸਾਹਮਣਾ ਕਰਦੇ ਹਨ। ਲੋਕਾਂ ਨੂੰ ਗੁੱਸਾ ਚੜ੍ਹ ਜਾਂਦਾ ਹੈ ਜਦੋਂ ਪੱਖਪਾਤ ਕਰਕੇ ਉਹਨਾਂ ਨੂੰ ਨੌਕਰੀਆਂ, ਸਿੱਖਿਆ, ਘਰ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲਦੀਆਂ। ਇਸੇ ਤਰ੍ਹਾਂ ਬੇਇਨਸਾਫੀ ਕਰਕੇ ਸਾਡੀਆਂ ਭਾਵਨਾਵਾਂ ਨੂੰ ਕੁਚਲਿਆ ਜਾ ਸਕਦਾ ਹੈ ਅਤੇ ਸਾਨੂੰ ਬਹੁਤ ਦੁੱਖ ਪਹੁੰਚ ਸਕਦਾ ਹੈ। ਅਫਸੋਸ ਦੀ ਗੱਲ ਹੈ ਕਿ ਸਾਡੇ ਸਾਰਿਆਂ ਨਾਲ ਕਿਸੇ ਨਾ ਕਿਸੇ ਸਮੇਂ 'ਤੇ ਬੇਇਨਸਾਫੀ ਹੋਈ ਹੈ। ਜਦੋਂ ਚਾਰੇ ਪਾਸੇ ਬੇਇਨਸਾਫੀ ਹੁੰਦੀ ਹੈ ਅਤੇ ਦਿਲਾਸਾ ਦੇਣ ਵਾਲਾ ਕੋਈ ਹੁੰਦਾ ਨਹੀਂ, ਤਾਂ ਕਿਸੇ ਦੇ ਵੀ ਦਿਲ ਵਿੱਚ ਗੁੱਸੇ ਦੀ ਅੱਗ ਭੜਕ ਸਕਦੀ ਹੈ। ਮਨੋਰੰਜਨ ਇੰਡਸਟਰੀ। 1000 ਤੋਂ ਜ਼ਿਆਦਾ ਅਧਿਐਨ ਇਹ ਦੇਖਣ ਲਈ ਕੀਤੇ ਗਏ ਹਨ ਕਿ ਟੈਲੀਵਿਜ਼ਨ ਉੱਤੇ ਹੋਰ ਤਰੀਕਿਆਂ ਨਾਲ ਦਿਖਾਈ ਜਾਂਦੀ ਮਾਰ ਧਾੜ ਦਾ ਬੱਚਿਆਂ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ। ਕਾਮਨ ਸੈਂਸ ਮੀਡੀਆ ਦਾ ਮੋਢੀ ਜੇਮਸ ਪੀ ਸਟਾਇਰ ਕਹਿੰਦਾ ਹੈ, ਜਿਹੜੀ ਪੀੜ੍ਹੀ ਲਗਾਤਾਰ ਅਜਿਹੀ ਘੋਰ ਹਿੰਸਾ ਦੇਖਦੀ ਹੈ ਜੋ ਦੇਖਣ ਨੂੰ ਅਸਲੀ ਲੱਗਦੀ ਹੈ, ਉਸ ਨੂੰ ਵੱਡੇ ਹੋ ਕੇ ਗੁੱਸਾ ਕਰਨ ਵਿੱਚ ਕੋਈ ਹਰਜ ਨਹੀਂ ਹੁੰਦਾ। ਉਹ ਕਰਤੂਤਾਂ ਬਰਦਾਸ਼ਤ ਕਰ ਲੈਂਦੀ ਹੈ ਅਤੇ ਇੰਨੀ ਹਮਦਰਦੀ ਨਹੀਂ ਰੱਖਦੀ। ਇਹ ਸੱਚ ਹੈ ਕਿ ਜਿਹੜੇ ਨੌਜਵਾਨ ਲਗਾਤਾਰ ਟੈਲੀਵਿਜ਼ਨ 'ਤੇ ਮਾਰ ਧਾੜ ਵੇਖਦੇ ਹਨ, ਇਸ ਦਾ ਮਤਲਬ ਇਹ ਨਹੀਂ ਕਿ ਉਹ ਵੱਡੇ ਹੋ ਕੇ ਖਤਰਨਾਕ ਅਪਰਾਧੀ ਬਣਨਗੇ, ਪਰ ਮਨੋਰੰਜਨ ਇੰਡਸਟਰੀ ਅਕਸਰ ਦਿਖਾਉਂਦੀ ਹੈ ਕਿ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਗੁੱਸੇ ਨਾਲ ਭੜਕ ਉੱਠਣਾ ਜਾਇਜ਼ ਹੈ ਅਤੇ ਇੱਕ ਨਵੀਂ ਪੀੜ੍ਹੀ ਉੱਠ ਖੜ੍ਹੀ ਹੈ ਜੋ ਮਾਰ ਧਾੜ ਦੇਖਣ ਦੀ ਇੰਨੀ ਆਦੀ ਹੋ ਗਈ ਹੈ ਕਿ ਉਹਨਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਹੈ। ਗੁੱਸੇ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ। ਜਦੋਂ ਅਸੀਂ ਸਾਰੀਆਂ ਸਮੱਸਿਆਵਾਂ, ਦਬਾਵਾਂ ਅਤੇ ਫਿਕਰਾਂ 'ਤੇ ਗੌਰ ਕਰਦੇ ਹਾਂ ਤਾਂ ਅਸੀਂ ਸਮਝਦੇ ਹਾਂ
कि लोग अपने रोज़ के काम करदिਆਂ ਇੰਨੇ ਚਿੜਚਿੜੇ ਕਿਉਂ ਹੋ ਜਾਂਦੇ ਹਨ। ਸ਼ਾਇਦ ਸਾਨੂੰ ਲੱਗੇ ਕਿ ਗੁੱਸਾ ਕਰਨ ਅਤੇ ਆਪਣੇ ਮਨ ਦੀ ਭੜਾਸ ਕੱਢਣ 'ਤੇ ਅਸੀਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ, ਪਰ ਯੂਨਾਨੀ ਫਿਲਾਸਫਰ ਅਰਸਤੂ ਨੇ 2000 ਤੋਂ ਜ਼ਿਆਦਾ ਸਾਲ ਪਹਿਲਾਂ ਕਿਹਾ ਸੀ ਕਿ ਕੋਈ ਦੁਖਦਾਈ ਨਾਟਕ ਦੇਖਣ ਨਾਲ ਦਿਲ ਵਿੱਚ ਪੈਦਾ ਹੋਈਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਤੋਂ ਬਾਅਦ ਜੋ ਸਕੂਨ ਮਿਲਦਾ ਹੈ ਉਹ ਕਥਾਰਸਿਸ ਹੈ। ਉਸ ਦਾ ਵਿਚਾਰ ਸੀ ਕਿ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਬਾਅਦ ਮਨ ਹੌਲਾ ਹੋ ਜਾਂਦਾ ਹੈ। ਪਿਛਲੀ ਸਦੀ ਦੀ ਸ਼ੁਰੂਆਤ ਵਿੱਚ ਆਸਟਰੀਆ ਦੇ ਨਿਊਰੋਲੋਜਿਸਟ ਸੈਗਮੰਡ ਫਰਾਇਡ ਨੇ ਵੀ ਇਸ ਵਿਚਾਰ ਨੂੰ ਫੈਲਾਇਆ ਸੀ। ਉਸ ਨੇ ਦਾਅਵਾ ਕੀਤਾ ਕਿ ਲੋਕ ਗੁੱਸੇ ਨੂੰ ਦਬਾ ਕੇ ਰੱਖਣਗੇ ਤਾਂ ਅੱਗੇ ਜਾ ਕੇ ਉਸ ਨੂੰ ਮਾਨਸਿਕ ਰੋਗ ਹੋ ਸਕਦਾ ਹੈ, ਜਿਵੇਂ ਹਿਸਟੀਰੀਆ। ਇਸ ਲਈ ਫਰਾਇਡ ਦਾ ਦਾਅਵਾ ਸੀ ਕਿ ਗੁੱਸੇ ਨੂੰ ਅੰਦਰੋਂ ਅੰਦਰੀ ਰੱਖਣ ਦੀ ਬਜਾਏ ਇਸ ਨੂੰ ਜ਼ਾਹਰ ਕਰਨਾ ਚਾਹੀਦਾ ਹੈ। ਜਿਨ੍ਹਾਂ ਖੋਜਕਾਰਾਂ ਨੇ 1970ਵੇਂ ਅਤੇ 1980ਵੇਂ ਦੇ ਦਹਾਕਿਆਂ ਦੌਰਾਨ ਕਥਾਰਸਿਸ ਥਿਊਰੀ ਨੂੰ ਪਰਖਿਆ ਸੀ, ਉਹਨਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਇਸ ਥਿਊਰੀ ਦੇ ਸਹੀ ਹੋਣ ਦਾ ਬਹੁਤ ਹੀ ਘੱਟ ਜਾਂ ਬਿਲਕੁਲ ਸਬੂਤ ਨਹੀਂ ਮਿਲਿਆ। ਇਹਨਾਂ ਖੋਜਾਂ ਕਰਕੇ ਮਨੋਵਿਗਿਆਨੀ ਕੈਰਲ ਟੈਬਰਸ ਨੇ ਲਿਖਿਆ, ਹੁਣ ਸਾਨੂੰ ਕਥਾਰਸਿਸ ਦੀ ਥਿਊਰੀ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਖੋਜਾਂ ਨੇ ਇਸ ਵਿਸ਼ਵਾਸ ਦਾ ਕਦੇ ਸਮਰਥਨ ਨਹੀਂ ਕੀਤਾ ਕਿ ਹਿੰਸਾ ਦੇਖਣ ਨਾਲ ਜਾਂ ਗੁੱਸਾ ਕੱਢਣ ਨਾਲ ਤੁਹਾਨੂੰ ਵੈਰ ਦੀਆਂ ਭਾਵਨਾਵਾਂ ਤੋਂ ਛੁਟਕਾਰਾ ਮਿਲਦਾ ਹੈ। ਇੱਕ ਹੋਰ ਮਨੋਵਿਗਿਆਨੀ ਗੈਰੀ ਹਿਨਕਨਜ਼ ਨੇ ਕਿਹਾ, ਖੋਜਾਂ ਤੋਂ ਪਤਾ ਲੱਗਦਾ ਹੈ ਕਿ ਆਪਣੇ ਸਾਰੇ ਗੁੱਸੇ ਦਾ ਕਥਾਰਸਿਸ ਕਰਨ ਨਾਲ ਤੁਹਾਨੂੰ ਗੁੱਸਾ ਘਟਣ ਦੀ ਬਜਾਏ ਵਧੇਗਾ। ਇਹ ਸੱਚ ਹੈ ਕਿ ਮਾਨਸਿਕ ਰੋਗਾਂ ਦੇ ਮਾਹਰ ਕਦੇ ਵੀ ਕਥਾਰਸਿਸ ਦੀ ਥਿਊਰੀ ਬਾਰੇ ਸਹਿਮਤ ਨਹੀਂ ਹੋਣਗੇ। ਆਪਾਂ ਸਿਆਣਿਆਂ ਤੋਂ ਵੀ ਸੁਣਿਆ ਹੈ, ਕ੍ਰੋਧ ਨੂੰ ਛੱਡ ਅਤੇ ਇਹਨੂੰ ਤਿਆਗ ਦੇ, ਨਾ ਕੁੜ ਉਸ ਤੋਂ ਬੁਰਾਈ ਹੀ ਨਿਕਲਦੀ ਹੈ, ਨਾ ਕੁੜ ਉਸ ਤੋਂ ਬੁਰਾਈ ਹੀ ਨਿਕਲਦੀ ਹੈ। ਤੁਹਾਨੂੰ ਸ਼ਾਇਦ ਕੁਝ ਕਹਿਣ ਜਾਂ ਕਰਨ ਤੋਂ ਬਾਅਦ ਪਛਤਾਉਣਾ ਪਵੇ, ਇਸ ਲਈ ਪਛਤਾਉਣ ਤੋਂ ਬਚਣ ਲਈ ਚੰਗਾ ਹੋਵੇਗਾ ਕਿ ਅਸੀਂ ਪਹਿਲਾਂ ਹੀ ਨਾ ਕੁੜੀਏ ਯਾਨੀ ਗਰਮ ਨਾ ਹੋਈਏ। ਪਰ ਇਸ ਤਰ੍ਹਾਂ ਕਹਿਣਾ ਸੌਖਾ ਹੈ, ਪਰ ਕਰਨਾ ਔਖਾ। ਫਿਰ ਵੀ ਇੱਦਾਂ ਕੀਤਾ ਜਾ ਸਕਦਾ ਹੈ। ਇਹ ਜਾਣਨ ਤੋਂ ਪਹਿਲਾਂ ਆਓ ਅਸੀਂ ਇੱਕ ਛੋਟੀ ਜਿਹੀ ਝਾਤ ਅੰਕੜਿਆਂ 'ਤੇ ਮਾਰੀਏ। ਲੰਡਨ ਇੰਗਲੈਂਡ ਦੀ ਮੈਂਟਲ ਹੈਲਥ ਫਾਊਂਡੇਸ਼ਨ ਨੇ ਇੱਕ ਰਿਪੋਰਟ ਛਾਪੀ ਜਿਸ ਦਾ ਵਿਸ਼ਾ ਸੀ ਗੁੱਸੇ ਦਾ ਅਵਾਲ ਇੱਕ ਸਮੱਸਿਆ ਅਤੇ ਇਸ ਬਾਰੇ ਅਸੀਂ ਕੀ ਕਰ ਸਕਦੇ ਹਾਂ। ਇਸ ਰਿਪੋਰਟ ਵਿੱਚ ਦੱਸੀਆਂ ਖਾਸ ਗੱਲਾਂ ਵਿੱਚ ਥੱਲੇ ਦੱਸੇ ਅੰਕੜੇ ਵੀ ਸ਼ਾਮਲ ਹਨ। ਨੰਬਰ 1, 84% ਲੋਕ ਕੰਮ 'ਤੇ ਪਿਛਲੇ 5 ਸਾਲਾਂ ਨਾਲੋਂ ਜ਼ਿਆਦਾ ਤਣਾਅ ਮਹਿਸੂਸ ਕਰਦੇ ਹਨ। ਨੰਬਰ 2, 65% ਲੋਕਾਂ ਨੂੰ ਦਫ਼ਤਰ ਵਿੱਚ ਗੁੱਸਾ ਚੜ੍ਹਿਆ ਹੈ ਜਾਂ ਉਹਨਾਂ ਨੇ ਦੂਜਿਆਂ ਨੂੰ ਗੁੱਸੇ ਹੁੰਦਾ ਦੇਖਿਆ ਹੈ। ਨੰਬਰ 3, 45% ਲੋਕਾਂ ਦਾ ਕੰਮ 'ਤੇ ਬਕਾਇਦਾ ਗੁੱਸਾ ਭੜਕ ਉੱਠਦਾ ਹੈ। ਨੰਬਰ 4, 60% ਲੋਕ ਤਣਾਅ ਕਾਰਨ ਕੰਮ ਤੋਂ ਗੈਰ ਹਾਜ਼ਰ ਰਹਿੰਦੇ ਹਨ। ਨੰਬਰ 5, 33% ਬ੍ਰਿਟਨ ਦੇ ਲੋਕ ਆਪਣੇ ਗੁਆਂਢੀਆਂ ਨਾਲ ਗੁੱਸੇ ਹੋਣ ਕਾਰਨ ਉਹਨਾਂ ਨਾਲ ਗੱਲ ਨਹੀਂ ਕਰਦੇ। ਨੰਬਰ 6, 64% ਲੋਕ ਸਹਿਮਤੀ ਜਾਂ ਪੂਰੀ ਤਰ੍ਹਾਂ ਸਹਿਮਤ ਹਨ ਕਿ ਲੋਕ ਪਹਿਲਾਂ ਨਾਲ ਜ਼ਿਆਦਾ ਗੁੱਸੇ ਹੁੰਦੇ ਹਨ। ਅਤੇ ਨੰਬਰ 7, 32% ਲੋਕ ਕਹਿੰਦੇ ਹਨ ਕਿ ਉਹਨਾਂ ਦਾ ਅਜਿਹਾ ਕਰੀਬੀ ਦੋਸਤ ਜਾਂ ਪਰਿਵਾਰ ਦਾ ਜੀਅ ਹੈ ਜਿਸ ਨੂੰ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਔਖਾ ਲੱਗਦਾ ਹੈ। ਆਓ ਦੇਖੀਏ ਕਿ ਗੁੱਸੇ ਨੂੰ ਅਸੀਂ ਕਿਵੇਂ ਵੱਸ ਵਿੱਚ ਕਰੀਏ। ਗੁੱਸੇ ਨੂੰ ਠੰਡਾ ਕਰੋ। ਗੁੱਸੇ ਨੂੰ ਠੰਡਾ ਕਰਨ ਲਈ ਥੋੜ੍ਹਾ ਰੁਕੋ ਅਤੇ ਸ਼ਾਂਤ ਹੋ ਜਾਓ। ਉਹ ਗੱਲ ਨਾ ਕਰੋ ਜੋ ਤੁਹਾਡੇ ਮਨ ਵਿੱਚ ਪਹਿਲਾਂ ਆਉਂਦੀ ਹੈ। ਜੇ ਤੁਹਾਡਾ ਪਾਰਾ ਚੜ੍ਹ ਰਿਹਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਗੁੱਸਾ ਭੜਕਣ ਵਾਲਾ ਹੈ, ਤਾਂ ਇਸ ਗੱਲ ਨੂੰ ਯਾਦ ਰੱਖੋ, ਝਗੜੇ ਦਾ ਮੁੱਢ ਪਾਣੀ ਦੇ ਵਹਾਅ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਸ ਨੂੰ ਛੱਡ ਦਿਓ। ਇਸ ਸਲਾਹ 'ਤੇ ਅਮਲ ਕਰਦਿਆਂ ਜੈਨ ਨਾਂ ਦਾ ਬੰਦਾ ਆਪਣੇ ਗੁੱਸੇ ਨੂੰ ਵੱਸ ਵਿੱਚ ਕਰ ਸਕਿਆ ਹੈ। ਜੈਨ ਦਾ ਪਿਤਾ ਸ਼ਰਾਬੀ ਹੈ। ਸ਼ਰਾਬੀ ਹੋ ਕੇ ਸਮੇਂ-ਸਮੇਂ 'ਤੇ ਗੁੱਸੇ ਨਾਲ ਭੜਕ ਉੱਠਦਾ ਸੀ। ਜੈਨ ਨੇ ਵੀ ਵੱਡੇ ਹੁੰਦਿਆਂ ਇਹੋ ਜਿਹਾ ਹਿੰਸਕ ਸੁਭਾਅ ਪੈਦਾ ਕਰ ਲਿਆ। ਉਹ ਕਹਿੰਦਾ ਹੈ ਕਿ ਜਦੋਂ ਮੈਨੂੰ ਗੁੱਸਾ ਚੜ੍ਹ ਜਾਂਦਾ ਸੀ ਤਾਂ ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਕਿ ਮੇਰੇ ਅੰਦਰ ਅੱਗ ਬਲ ਰਹੀ ਹੋਵੇ ਅਤੇ ਮੈਂ ਗਾਲਾਂ ਕੱਢਣ ਅਤੇ ਮਾਰ ਕੁਟਾਈ ਕਰਨ ਲੱਗ ਪੈਂਦਾ ਸੀ। ਜੈਨ ਦੱਸਦਾ ਹੈ ਕਿ ਜਦ ਉਸ ਨਾਲ ਕੰਮ ਕਰਨ ਵਾਲੇ ਨੇ ਗੁੱਸੇ ਵਿੱਚ ਉਸ ਨੂੰ ਗਾਲਾਂ ਕੱਢੀਆਂ ਤਾਂ ਮੇਰੇ ਅੰਦਰ ਗੁੱਸੇ ਦੀ ਅੱਗ ਭੜਕਣ ਨਾਲ ਮੇਰਾ ਸਰੀਰ ਕੰਬਣ ਲੱਗ ਪਿਆ। ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਨੂੰ ਫੜਾਂ ਅਤੇ ਥੱਲੇ ਚੁੱਕ ਕੇ ਮਾਰਾਂ, ਪਰ ਮੈਂ ਗੁੱਸੇ ਨੂੰ ਕਾਬੂ 'ਚ ਰੱਖਿਆ ਅਤੇ ਸ਼ਾਂਤ ਚਿੱਤ ਰਿਹਾ। ਮੈਨੂੰ ਇਸ ਤਰ੍ਹਾਂ ਕਰਨ ਨਾਲ ਸ਼ਾਂਤੀ ਮਹਿਸੂਸ ਹੋਈ ਅਤੇ ਮੈਂ ਉੱਥੋਂ ਤੁਰ ਪਿਆ। ਮੈਂ ਇਹ ਵੀ ਮਹਿਸੂਸ ਕੀਤਾ ਕਿ ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁਝ ਜਾਂਦੀ ਹੈ। ਸਮੇਂ ਦੇ ਬੀਤਣ ਨਾਲ ਮੈਂ ਆਪਣੇ ਗੁੱਸੇ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਅਤੇ ਇਹ ਹੁਣ ਮੇਰੇ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਸ਼ਾਂਤ ਚਿੱਤ ਰਹਿਣਾ। ਸ਼ਾਂਤ ਚਿੱਤ ਰਹਿਣ ਨਾਲ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦੇ ਹਾਂ। ਸਾਨੂੰ ਉਹ ਆਸਾਨ ਤਰੀਕੇ ਸਿੱਖਣੇ ਚਾਹੀਦੇ ਹਨ ਜਿਨ੍ਹਾਂ ਦੀ ਮਦਦ ਨਾਲ ਗੁੱਸਾ ਘੱਟ ਸਕੇ। ਥੱਲੇ ਦੱਸੇ ਨੁਸਖੇ ਤਣਾਅ ਕਾਰਨ ਆਉਣ ਵਾਲੇ ਗੁੱਸੇ ਨੂੰ ਕਾਬੂ ਕਰਨ ਵਿੱਚ ਅਸਰਦਾਰ ਸਾਬਤ ਹੋਏ ਹਨ। ਨੰਬਰ 1, ਲੰਬੇ ਸਾਹ ਲੈਣਾ ਸਭ ਤੋਂ ਵਧੀਆ ਅਤੇ ਛੇਤੀ ਕੰਮ ਕਰਨ ਵਾਲਾ ਤਰੀਕਾ ਹੈ ਜਿਸ ਨਾਲ ਸਾਡਾ ਗੁੱਸਾ ਘੱਟ ਸਕਦਾ ਹੈ। ਨੰਬਰ 2, ਲੰਬੇ ਸਾਹ ਲੈਂਦਿਆਂ ਕੋਈ ਅਜਿਹਾ ਸ਼ਬਦ ਜਾਂ ਵਾਕ ਦੁਹਰਾਓ ਜੋ ਤੁਹਾਨੂੰ ਸ਼ਾਂਤ ਕਰਦਾ ਹੋਵੇ, ਜਿਵੇਂ ਸ਼ਾਂਤ ਰਹਿ, ਫਿਕਰ ਨਾ ਕਰ, ਛੱਡ ਕੇ ਦੇਖ।
ਇਹ ਇੱਕ ਕਿਸਮ ਦੀ ਆਟੋ ਸੁਜੈਸ਼ਨ ਵਾਲੀ ਕਿਰਿਆ ਹੈ ਜਿਹਨੂੰ ਸੈਲਫ ਹਿਪਨੋਟਿਜ਼ਮ ਵੀ ਕਿਹਾ ਜਾ ਸਕਦਾ ਹੈ। ਨੰਬਰ 3, ਉਹਨਾਂ ਕੰਮਾਂ ਵਿੱਚ ਰੁੱਝ ਜਾਓ ਜਿਨ੍ਹਾਂ ਤੋਂ ਤੁਹਾਨੂੰ ਖੁਸ਼ੀ ਮਿਲਦੀ ਹੈ, ਜਿਵੇਂ ਸੰਗੀਤ ਸੁਣਨਾ, ਬਾਗਬਾਨੀ ਜਾਂ ਕੋਈ ਹੋਰ ਕੰਮ ਕਰਨਾ, ਕੋਈ ਚੰਗੀ ਕਿਤਾਬ ਪੜ੍ਹਨਾ ਆਦਿ ਜਿਸ ਤੋਂ ਸਾਨੂੰ ਸ਼ਾਂਤੀ ਮਿਲਦੀ ਹੋਏ। ਨੰਬਰ 4, ਬਕਾਇਦਾ ਕਸਰਤ ਕਰਨਾ ਅਤੇ ਪੌਸ਼ਟਿਕ ਖਾਣਾ ਇਸਤੇਮਾਲ ਕਰਨਾ। ਉੱਚੀਆਂ ਉਮੀਦਾਂ ਨਾ ਰੱਖੋ। ਅਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਰਹਿ ਸਕਦੇ ਜਿਸ ਕਾਰਨ ਸਾਡਾ ਗੁੱਸਾ ਭੜਕਦਾ ਹੈ, ਪਰ ਅਸੀਂ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਿੱਖ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਸਾਨੂੰ ਆਪਣੀ ਸੋਚਣੀ ਨੂੰ ਬਦਲਣ ਦੀ ਲੋੜ ਹੈ। ਜਿਹੜੇ ਲੋਕ ਉੱਚੀਆਂ ਉਮੀਦਾਂ ਰੱਖਦੇ ਹਨ ਉਹਨਾਂ ਨੂੰ ਗੁੱਸਾ ਕੰਟਰੋਲ ਕਰਨਾ ਜ਼ਿਆਦਾ ਔਖਾ ਲੱਗਦਾ ਹੈ। ਕਿਉਂਕਿ ਜਦੋਂ ਕੋਈ ਚੀਜ਼ ਜਾਂ ਕੋਈ ਜਣਾ ਉਹਨਾਂ ਦੀਆਂ ਉੱਚੀਆਂ ਉਮੀਦਾਂ ਅਨੁਸਾਰ ਖਰਾ ਨਹੀਂ ਉਤਰਦਾ ਤਾਂ ਉਹ ਜਲਦੀ ਨਿਰਾਸ਼ ਅਤੇ ਗੁੱਸੇ ਹੋ ਜਾਂਦੇ ਹਨ। ਇਹ ਸੋਚਣ ਦੀ ਬਜਾਏ ਕਿ ਸਾਰਾ ਕੁਝ ਐਨ ਠੀਕ ਹੋਵੇ, ਚੰਗਾ ਹੋਵੇਗਾ ਕਿ ਅਸੀਂ ਇਹ ਗੱਲ ਯਾਦ ਰੱਖੀਏ ਕਿ ਹਰ ਇਨਸਾਨ ਵਿੱਚ ਗੁਣ ਵੀ ਅਤੇ ਔਗੁਣ ਵੀ ਹਨ। ਇਸ ਕਤਾਰਬੰਦੀ ਵਿੱਚ ਅਸੀਂ ਖੁਦ ਵੀ ਸ਼ਾਮਲ ਹਾਂ। ਇਸ ਲਈ ਸਾਡੇ ਹੱਥ ਨਿਰਾਸ਼ਾ ਹੀ ਲੱਗੇਗੀ ਜੇ ਅਸੀਂ ਸੋਚੀਏ ਕਿ ਅਸੀਂ ਜਾਂ ਕੋਈ ਹੋਰ ਬਿਲਕੁਲ ਸੰਪੂਰਨ ਹੋ ਸਕਦਾ ਹੈ। ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਆਪਣੇ ਤੋਂ ਜਾਂ ਦੂਜਿਆਂ ਤੋਂ ਉੱਚੀਆਂ ਉਮੀਦਾਂ ਨਾ ਰੱਖੀਏ। ਆਪਾਂ ਸਭ ਜਾਣਦੇ ਹਾਂ ਕਿ ਆਪਾਂ ਕਈ ਵਾਰ ਗਲਤੀਆਂ ਕਰਦੇ ਹਾਂ। ਜੇ ਕੋਈ ਬੋਲਣ ਵਿੱਚ ਗਲਤੀ ਨਹੀਂ ਕਰਦਾ ਤਾਂ ਉਹ ਮੁਕੰਮਲ ਇਨਸਾਨ ਹੋ ਸਕਦਾ ਹੈ, ਪਰ ਇਹ ਕਿੰਨੇ ਕੁ ਜੀੜੇ ਹਨ ਜਿਨ੍ਹਾਂ ਨਾਲ ਆਪਣਾ ਹਰ ਰੋਜ਼ ਵਾਸਤਾ ਪੈਂਦਾ ਹੈ। ਇਸ ਲਈ ਜੇ ਅਸੀਂ ਮੁਕੰਮਲ ਹੋਣ ਦਾ ਢੋਂਗ ਕਰੀਏ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਮਾਯੂਸ ਅਤੇ ਗੁੱਸੇ ਰਹਾਂਗੇ। ਨਾਮੁਕੰਮਲ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਗੁੱਸਾ ਚੜ੍ਹ ਜਾਂਦਾ ਹੈ, ਪਰ ਇਹ ਸਾਡੇ ਉੱਤੇ ਹੈ ਕਿ ਅਸੀਂ ਗੁੱਸਾ ਕਿਵੇਂ ਜ਼ਾਹਰ ਕਰਨਾ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਜਦ ਸਾਨੂੰ ਗੁੱਸਾ ਆਵੇ ਤਾਂ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ। ਸੋ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖ ਕੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਅਜਿਹੇ ਤਰੀਕੇ ਨਾਲ ਜ਼ਾਹਰ ਕਰ ਸਕਦੇ ਹਾਂ ਜਿਸ ਤੋਂ ਸਾਰਿਆਂ ਨੂੰ ਫਾਇਦਾ ਹੋਵੇ। ਇਹ ਤਾਂ ਸੀ ਜੀ ਮੇਰਾ ਗੁੱਸੇ ਬਾਰੇ ਲੇਖ। ਅਤੇ ਹੁਣ ਮੈਂ ਜਿਹੜਾ ਹੈਗਾ ਤੁਹਾਡੇ ਨਾਲ ਟੈਲੀਫੋਨ ਦੇ ਰਾਹੀਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ ਅਤੇ ਮੈਂ ਤੁਹਾਡੇ ਟੈਲੀਫੋਨ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਗੁੱਸੇ ਬਾਰੇ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਚੜ੍ਹਦਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ ਤੁਹਾਡਾ। ਹੈਲੋ ਜੀ ਡਾਕਟਰ ਸਾਹਿਬ, ਮੈਂ ਕੀਰਤਨ ਚੌਹਾਨ ਬੋਲਦਾ। ਚੌਹਾਨ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਮਤਲਬ ਅੱਜ ਵਿਸ਼ਾ ਰੱਖਿਆ ਵੀ ਗੁੱਸਾ ਕਿਉਂ ਆਉਂਦਾ। ਹਾਂਜੀ। ਇਹ ਦੇਖੋ, ਜਿਹੜਾ ਗੁੱਸਾ ਹੈਗਾ ਜਿਉਂ ਬੰਦਾ ਮਤਲਬ ਬਚਪਨ ਤੋਂ ਉਮਰ ਵੱਧਦੀ ਆ, ਹਾਂਜੀ, ਉਹ ਫਿਰ ਮਤਲਬ ਉਹ ਕਿਸ ਤਰ੍ਹਾਂ ਰਹਿੰਦਾ, ਕਿਹਨਾਂ ਲੋਕਾਂ ਨਾਲ ਮਿਲਦਾ। ਕਿਉਂਕਿ ਜੇ ਸੰਗਤ ਚੰਗੀ ਆ ਤਾਂ ਉਹ ਫਿਰ ਸਿਆਣੇ ਦੱਸਦੇ ਆ ਵੀ ਦੇਖੋ ਵੀ ਪਹਿਲਾਂ ਸੋਚ ਕੇ ਗੱਲਬਾਤ ਕਰੋ ਤਾਂ ਫਿਰ ਗੁੱਸਾ ਜਿਹੜਾ ਫਿਰ ਤਾਂ ਆਉਂਦਾ ਹੀ ਨਹੀਂ ਹੈਗਾ। ਪਰ ਜਿਉਂ ਮਤਲਬ ਦੇਖੋ ਫਿਰ ਵਿਦਿਆਰਥੀਆਂ ਦੇ ਤੌਰ ਤੇ ਵਿਦਿਆਰਥੀਆਂ ਨੂੰ ਵੀ ਕਈਆਂ ਨੂੰ ਬਹੁਤ ਗੁੱਸਾ ਆਉਂਦਾ, ਕਈ ਜਿਹੜੇ ਈਰਖਾ ਵੀ ਕਰਦੇ ਆ। ਪਰ ਬਾਅਦ ਦੇ ਵਿੱਚ ਦੇਖੋ ਜਿਹੜੀ ਹੈਗੀ ਆ ਵੀ ਹਰੇਕ ਬੰਦੇ ਦੀ ਜਿਹੜੀ ਵਿਅਕਤੀਤਵ ਵੱਖਰਾ ਹੁੰਦਾ। ਬਿਲਕੁਲ। ਕਿਉਂਕਿ ਜਿਹੜੇ ਚੰਗੇ ਗੁਣ ਆ ਉਹ ਸਾਰਿਆਂ 'ਚ ਨਹੀਂ। ਜਿਹਨਾਂ ਕੋਈ ਚੰਗੇ ਗੁਣ ਆ, ਹੁਣ ਜਿਹੜਾ ਚੰਗਾ ਗੁਣ ਵਾਲਾ ਆ ਉਹ ਚਾਹੁੰਦਾ ਵੀ ਕੋਈ ਝੂਠ ਨਾ ਬੋਲੇ। ਹਾਂਜੀ ਹਾਂਜੀ। ਕਿਉਂਕਿ ਹੁਣ ਜਦ ਕੋਈ ਦੂਸਰਾ ਝੂਠ ਬੋਲਣੋਂ ਹਟਦਾ ਹੀ ਨਹੀਂ ਫਿਰ ਗੁੱਸਾ ਆਉਂਦਾ। ਫਿਰ ਕਈ ਲੋਕ ਜਾਨੀ ਹਿੰਸਾ ਬਹੁਤ ਕਰਦੇ ਆ। ਫਿਰ ਉਹ ਦੇਖੋ ਸਾਰੀਆਂ ਬੁਰਾਈਆਂ, ਵਿਵਚਾਰ, ਹਿੰਸਾ, ਚੋਰੀ ਔਰ ਨਸ਼ੇ ਜਿਹੜੇ ਆ, ਨਸ਼ਿਆਂ ਦਾ ਵੀ ਗੁੱਸੇ ਨਾਲ ਬਹੁਤ ਸੰਬੰਧ ਹੈ। ਬਿਲਕੁਲ ਬਿਲਕੁਲ ਹੈ ਜੀ। ਹਾਂ, ਕਿਉਂਕਿ ਜਿਹੜੇ ਲੋਕ ਨਸ਼ੇ ਕਰਦੇ ਆ ਉਹਨਾਂ ਨੂੰ ਗੁੱਸਾ ਬਹੁਤ ਜਲਦੀ ਆਉਂਦਾ। ਫਿਰ ਉਹ ਜੇ ਗੁੱਸੇ ਤੋਂ ਬਾਅਦ ਜੇ ਕਿਸੇ ਨੂੰ ਗਾਲ ਕੱਢਣੀ ਆ ਫਿਰ ਤਾਂ ਝਗੜਾ ਵੀ ਹੋਣਾ। ਹਾਂਜੀ ਹਾਂਜੀ। ਤੇ ਫਿਰ ਤਾਂ ਉਹ ਮਤਲਬ ਬਹੁਤ ਜ਼ਿਆਦਾ ਮਤਲਬ ਹੈਗਾ ਨੁਕਸਾਨ ਹੁੰਦਾ। ਪਰ ਦੇਖੋ ਵੀ ਜਿਹੜਾ ਇਹ ਬੰਦੇ ਦਾ ਵਿਅਕਤੀਤਵ ਆ, ਜੇ ਬੰਦਾ ਮਨ ਨੂੰ ਸ਼ਾਂਤ ਰੱਖੇ, ਹਾਂਜੀ ਹਾਂਜੀ, ਮਨ ਨੂੰ ਸ਼ਾਂਤ ਰੱਖੇ ਔਰ ਉਹ ਜਾਣੀ ਉਹ ਫਿਰ ਪਹਿਲਾਂ ਤਾਂ ਵਿਚਾਰੇ ਵੀ ਗੁੱਸਾ ਮੈਨੂੰ ਆਉਂਦਾ ਕਿਉਂ। ਹਾਂਜੀ ਹਾਂਜੀ। ਕਿਉਂਕਿ ਦੇਖਿਆ ਗਿਆ ਵੀ ਜਿਸ ਬੰਦੇ ਨੂੰ ਗੁੱਸਾ ਆਉਂਦਾ ਉਹ ਆਪਣਾ ਹੀ ਨੁਕਸਾਨ ਜ਼ਿਆਦਾ ਕਰਦਾ। ਬਿਲਕੁਲ ਬਿਲਕੁਲ। ਹਾਂਜੀ। ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਕੋਈ ਦੁਕਾਨ ਕਰਨੀ ਹੈ, ਜੇ ਤੁਸੀਂ ਗੁੱਸੇ ਹੋ ਰਹੇ ਆ ਤਾਂ ਸੌਦਾ ਪਾਉਣ ਲਓ। ਕਿਉਂਕਿ ਉਹ ਜਿਹੜਾ ਦੁਕਾਨਦਾਰੀ ਉਹ ਤਾਂ ਬਹੁਤ ਸ਼ਾਂਤ ਸੁਭਾਅ ਚਾਹੀਦਾ। ਹਾਂਜੀ ਹਾਂਜੀ। ਫਿਰ ਜੇ ਤੁਸੀਂ ਮਜ਼ਦੂਰ ਜਥੇਬੰਦੀ 'ਚ ਕੰਮ ਕਰਨਾ, ਹੋਰ ਜਥੇਬੰਦੀ 'ਚ ਕੰਮ ਕਰਨਾ, ਫਿਰ ਤਾਂ ਤੁਹਾਨੂੰ ਨਾਲ ਖੋਲ ਲੱਗੂਗਾ। ਇਸ ਕਰਕੇ ਜਾਨੀ ਮਤਲਬ ਜਿਹੜਾ ਬੰਦੇ ਦਾ ਗੁੱਸੇਖੋਰ ਸੁਭਾਅ ਆ ਉਹ ਦੁਸ਼ਮਣ ਜ਼ਿਆਦਾ ਬਣਾਉਂਦਾ। ਹਾਂਜੀ ਹਾਂਜੀ। ਕਿਉਂਕਿ ਇਸ ਕਰਕੇ ਜਾਨੀ ਮਤਲਬ ਆਪਣੇ ਜੀਵਨ ਨੂੰ ਇਸ ਤਰ੍ਹਾਂ ਜਾਨੀ ਜੀਵਨ ਸ਼ੈਲੀ ਚਾਹੀਦੀ ਆ ਵੀ ਤੁਸੀਂ ਪਹਿਲਾਂ ਜਿਹਦੇ ਨਾਲ ਤੁਹਾਡਾ ਵਾਹ ਪੈਂਦਾ ਪਹਿਲਾਂ ਵਿਚਾਰੋ ਵੀ ਗੱਲ ਕੀ ਆ। ਕਿਉਂਕਿ ਜੇ ਕੋਈ ਮਸਲਾ ਗੱਲਬਾਤ ਨਾ
ਹੱਲ ਹੁੰਦਾ ਫਿਰ ਤਾਂ ਹੋਣਾ ਚਾਹੀਦਾ। ਹਾਂਜੀ ਹਾਂਜੀ ਫਿਰ ਉਹ ਇੱਦਾਂ ਹੈਗੀ ਆ ਵੀ ਉਹਨੂੰ ਮਤਲਬ ਜੇ ਤੁਸੀਂ ਗੁੱਸਾ ਆਉਂਦਾ ਕੋਈ ਬੁਰਾ ਭਲਾ ਕਹਿੰਦੇ ਫਿਰ ਤਾਂ ਗੱਲ ਹੁਣ ਮੈਂ ਦੇਖਿਆ ਵੀ ਬਹੁਤ ਬੰਦਿਆਂ ਦੀ ਗੁੱਸੇ ਦੇ ਨਾਲ ਤਕਰਾਰ ਨਾਲ ਸਾਰੀ ਜ਼ਿੰਦਗੀ ਬੋਲਬਾਲ ਬੰਦ ਰਹਿੰਦੀ ਹੈ। ਇੱਦਾਂ ਹੀ ਇੱਦਾਂ ਹੈ ਇੱਦਾਂ। ਔਰ ਕਈਆਂ ਦੀ ਤਾਂ ਪਰਿਵਾਰਾਂ ਦੇ ਵਿੱਚ ਵੀ ਇੰਨਾ ਆ ਵੀ ਘਰ ਦੇ ਵਿੱਚ ਬੱਚਿਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਹੋਰ ਸਕੇ ਸੰਬੰਧੀਆਂ ਦੇ ਨਾਲ ਕਿਉਂਕਿ ਜਿਹੜੇ ਕਈ ਬੰਦੇ ਜਿਹੜੇ ਆ ਉਹ ਆਪਣਾ ਸੁਧਾਰ ਨਹੀਂ ਕਰਦੇ। ਹਾਂਜੀ ਹਾਂਜੀ ਜੇ ਉਹਨਾਂ ਨੂੰ ਦੱਸੀ ਵੀ ਜਾਓ ਤਾਂ ਉਹਨੇ ਫੇਰ ਵੀ ਜਾਨੀ ਜ਼ਰੂਰ ਨੁਕਸਾਨ ਕਰਨਾ। ਉਹਨਾਂ ਤੋਂ ਤਾਂ ਜ਼ਰੂਰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਜੇ ਬਚੋਗੇ ਤਾਂ ਫੇਰ ਇਹ ਫਾਇਦਾ ਹੋਣਾ। ਹਾਂਜੀ ਹਾਂਜੀ ਹਾਂਜੀ। ਬਾਕੀ ਇਹ ਹੈਗੀ ਆ ਵੀ ਦੇਖੋ ਇਹ ਜਿਹੜਾ ਗੁੱਸਾ ਆ ਕਿਉਂਕਿ ਆਮ ਦੇਖਿਆ ਜਾਵੇ ਵੀ ਪੜ੍ਹ ਕੇ ਵੀ ਜਿਹੜੇ ਬੁੱਧ ਸਨ ਉਹਨਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ ਸੀ। ਹਾਂਜੀ ਹਾਂਜੀ ਹਾਂਜੀ। ਉਹ ਕਈ ਉਹਨਾਂ ਨੂੰ ਬੁਰਾ ਸ਼ਬਦ ਵੀ ਕਹਿੰਦੇ ਸੀ ਜਾਨੀ ਗਾਲੀ ਗਲੋਚ ਵੀ ਕਰਦੇ ਸੀ ਵੀ ਤੂੰ ਇੱਥੇ ਨਵੀਂ ਲਾਈਨ ਆ ਵੀ ਬਹੁਤ ਗਲਤ ਆ ਪਰ ਉਹ ਬਿਲਕੁਲ ਜਾਨੀ ਉਹ ਸ਼ਾਂਤ ਰਹਿੰਦੇ ਸਨ। ਹਾਂਜੀ ਹਾਂਜੀ। ਔਰ ਉਹ ਜਾਨੀ ਉਸ ਬੰਦੇ ਨੂੰ ਜਾਨੀ ਏਦਾਂ ਦੀ ਗੱਲਬਾਤ ਕਰਦੇ ਸਨ ਵੀ ਉਹ ਬੰਦਾ ਉਦਾਂ ਹੀ ਮੰਨ ਜਾਂਦਾ ਸੀ ਉਹ ਸ਼ਾਂਤ ਹੋ ਜਾਂਦਾ ਸੀ। ਹਾਂਜੀ ਹਾਂਜੀ। ਕਈ ਤੁਸੀਂ ਦੇਖੋਗੇ ਇੱਕ ਡਾਕੂ ਉਂਗਲੀ ਮਾਲ ਸੀ ਜਾਨੀ ਉਹ ਲੋਕਾਂ ਦੀਆਂ ਫੜ ਕੇ ਜਾਨੀ ਉਂਗਲੀਆਂ ਵੱਢ ਦਿੰਦਾ ਹੈ ਤਾਂ ਉਹ ਜਾਨੀ ਮਤਲਬ ਬੁੱਧ ਨੇ ਉਹਨੂੰ ਵੀ ਜਾਨੀ ਸ਼ਾਂਤ ਕਰ ਦਿੱਤਾ ਸੀ। ਹੋਰ ਵੀ ਕਿਉਂਕਿ ਦੇਖੋ ਇਹ ਜਿਹੜਾ ਮਤਲਬ ਇਹ ਹੈਗਾ ਵੀ ਗੁੱਸਾ ਜਿਹੜਾ ਜ਼ਰੂਰ ਆ ਇਹਨੂੰ ਦੇਖਣਾ ਚਾਹੀਦਾ ਵੀ ਆਉਂਦਾ ਕਿਉਂ। ਹਾਂਜੀ ਹਾਂਜੀ। ਤੇ ਮਨ ਨੂੰ ਜਾਨੀ ਜ਼ਰੂਰ ਸ਼ਾਂਤ ਕਰਨਾ ਚਾਹੀਦਾ। ਹਾਂਜੀ ਹਾਂਜੀ। ਔਰ ਇਹਦੇ ਵਿੱਚ ਜਾਨੀ ਆਪਣੇ ਪਰਿਵਾਰ ਦਾ ਵੀ ਭਲਾ ਔਰ ਵੱਡੀ ਗੱਲ ਆ ਵੀ ਜੇ ਇਸ ਬੰਦੇ ਨੂੰ ਗੁੱਸਾ ਘੱਟ ਆਉਂਦਾ ਪਰ ਉਹਦਾ ਬਲੱਡ ਪ੍ਰੈਸ਼ਰ ਠੀਕ ਰਹਿੰਦਾ। ਇਹ ਗੱਲ ਠੀਕ ਤੁਹਾਡੀ। ਉਹਨਾਂ ਨੇ ਕਈ ਤਾਂ ਉੱਤੇ ਦੇਖੋ ਗੱਲ ਕਰਦੇ ਕਰਦੇ ਉਹ ਲਾਲ ਹੋ ਜਾਂਦੇ। ਹਾਂਜੀ ਹਾਂਜੀ ਹਾਂਜੀ। ਉਹ ਫਿਰ ਦੇਖੋ ਏਦਾਂ ਜਾਨੀ ਜਿਹੜਾ ਮਤਲਬ ਮਨ ਨੂੰ ਜਿਹੜਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ। ਇਸ ਕਰਕੇ ਬਹੁਤ ਚੰਗਾ ਵਿਸ਼ਾ ਆ ਦੇਖੋ ਇਹ ਮਤਲਬ ਭਾਈਚਾਰਾ ਬਣਾਉਣਾ ਚਾਹੀਦਾ। ਓਕੇ ਹਾਂਜੀ। ਇੱਕ ਦੂਸਰੇ ਦਾ ਸਤਿਕਾਰ ਕਰਨਾ ਚਾਹੀਦਾ। ਹਾਂਜੀ ਹਾਂਜੀ। ਜੈ ਭੀਮ ਜੈ ਗੁਰਦੇਵ। ਥੈਂਕ ਯੂ ਜੀ ਥੈਂਕ ਯੂ ਜੀ। ਇਹ ਤਾਂ ਸੀ ਫਕੀਰ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ ਬਹੁਤ ਹੀ ਕੰਮ ਦੀਆਂ ਗੱਲਾਂ ਕਰਕੇ ਆਏ ਹੈਗੇ ਆ ਅਤੇ ਬੜੇ ਇੰਪੋਰਟੈਂਟ ਨੁਕਤੇ ਜਿਹੜੇ ਹੈਗੇ ਸਾਡੇ ਨਾਲ ਸਾਂਝੇ ਕੀਤੇ ਆ। ਤੁਸੀਂ ਵੀ ਸਾਨੂੰ ਟੈਲੀਫੋਨ ਕਾਲ ਕਰਕੇ ਸੰਵਾਦ ਰਚਾ ਸਕਦੇ ਹੈਗੇ ਆ। ਤੁਹਾਡੇ ਆਪਣੇ ਵਿਚਾਰ ਕੀ ਹੈ ਤੁਹਾਡਾ ਐਕਸਪੀਰੀਅੰਸ ਕੀ ਹੈ ਜਾਂ ਯਾਨੀ ਕਿ ਤੁਸੀਂ ਕਦੀ ਤੁਹਾਨੂੰ ਗੁੱਸੇ ਹੋਣ ਕਰਕੇ ਜਿਹੜਾ ਨੁਕਸਾਨ ਹੋਇਆ ਹੋਵੇ ਯਾਨੀ ਕਿ ਜਾਂ ਕੋਈ ਫਾਇਦਾ ਹੋਇਆ ਹੋਵੇ। ਇਸ ਗੱਲ ਤੋਂ ਵੀ ਆਪਾਂ ਡਿਨਾਈ ਨਹੀਂ ਕਰ ਸਕਦੇ ਜਦੋਂ ਸਾਡੇ ਨਾਲ ਕਦੀ ਧੱਕਾ ਹੁੰਦਾ ਹੋਵੇ ਬੇਇਨਸਾਫੀ ਹੁੰਦੀ ਹੋਵੇ ਉਦੋਂ ਤੁਹਾਡਾ ਮਨ ਵਿੱਚ ਰੋਹ ਤਾਂ ਉੱਠਦਾ ਹੈ ਤੁਹਾਡਾ ਮਨ ਦੁਖੀ ਤਾਂ ਹੁੰਦਾ ਹੈ ਮੇਰੇ ਨਾਲ ਧੱਕਾ ਕਿਉਂ ਹੁੰਦਾ ਹੈਗਾ ਚਾਹੇ ਉਹ ਰੰਗ ਦੇ ਆਧਾਰ 'ਤੇ ਹੁੰਦਾ ਚਾਹੇ ਜਾਤ ਪਾਤ ਦੇ ਆਧਾਰ 'ਤੇ ਹੁੰਦਾ ਜਾਂ ਇਹ ਕਿਹੜਾ ਹੈਗਾ ਜੈਂਡਰ ਦੇ ਆਧਾਰ 'ਤੇ ਹੁੰਦਾ ਡਿਸੇਬਿਲਿਟੀ। ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲਦੇ ਵੈਲਕਮ ਹੈ ਜੀ ਤੁਹਾਡਾ। ਹੈਲੋ ਜੀ ਨਮਸਕਾਰ ਡਾਕਟਰ ਸਾਹਿਬ। ਹਾਂਜੀ ਮਾਨ ਸਾਹਿਬ ਕੀ ਕਹੋਗੇ ਤੁਸੀਂ। ਠੀਕ ਠਾਕ ਤੁਸੀਂ। ਮੈਂ ਬਿਲਕੁਲ ਠੀਕ ਹੈ। ਮਿਹਰਬਾਨੀ। ਹਾਂਜੀ ਤੁਹਾਡੇ ਮੁੱਦੇ ਹਮੇਸ਼ਾ ਬਹੁਤ ਅੱਛੇ ਹੁੰਦੇ ਆ ਜੀ। ਜਿਹੜਾ ਗੁੱਸਾ ਹੈ ਨਾ ਜੀ ਹਾਂਜੀ ਵੈਸੇ ਤਾਂ ਹਰੇਕ ਆਦਮੀ ਨੂੰ ਆਉਂਦਾ ਆ ਬਿਲਕੁਲ ਪਰ ਕਈ ਵਾਰੀ ਗੁੱਸਾ ਚੰਗਾ ਵੀ ਹੁੰਦਾ ਆ। ਹਾਂਜੀ ਕਿਉਂਕਿ ਜੇ ਬੱਚੇ ਸਕੂਲ ਦਾ ਕੰਮ ਨਾ ਕਰਨ ਜਾਂ ਹੋਰ ਕੋਈ ਹਰਕਤਾਂ ਕਰਨ ਫਿਰ ਉਹਨਾਂ ਤੇ ਗੁੱਸਾ ਕਰਨਾ ਪੈਂਦਾ। ਹਾਂਜੀ ਜੇ ਤੁਸੀਂ ਟੀਚਰ ਰਿਹਾ ਕਰੋ ਕਿਸੇ ਸਕੂਲ ਦੇ ਬੱਚੇ ਦੇ ਥੱਪੜ ਨਾ ਮਾਰੇ ਤਾਂ ਬੱਚਾ ਕੰਮ ਹੀ ਨਹੀਂ ਕਰਦਾ ਤੇ ਕਈ ਵਾਰੀ ਸਹੀ ਵੀ ਆ ਤੇ ਕਈ ਵਾਰੀ ਫਿਰ ਜਿਹੜਾ ਗਲਤ ਵੀ ਹੈਗਾ ਗੁੱਸਾ ਆਉਂਦਾ ਜਿਹੜੇ ਲਾਲਚੀ ਜ਼ਿਆਦਾ ਸੈਲਫਿਸ਼ ਤੇ ਸ਼ਰਾਬੀ ਜੇ ਨਾ ਕਿਉਂਕਿ ਇਹਨਾਂ ਦੇ ਤਿੰਨਾਂ ਆਦਮੀਆਂ ਦੇ ਜਿਹੜੇ ਹੈ ਇਸ ਤਰ੍ਹਾਂ ਦੇ ਬੰਦੇ ਨਾ ਇਹਨਾਂ ਦੇ ਮਨ ਤੇ ਕੰਟਰੋਲ ਨਹੀਂ ਦਿੰਦਾ ਕਿਉਂਕਿ ਜੇ ਮਨ ਤੇ ਕੰਟਰੋਲ ਨਾ ਹੋਵੇ ਤੇ ਉਹ ਜਿਹੜਾ ਮਨ ਹੈ ਨਾ ਉਹ ਫਿਰ ਗੁੱਸਾ ਜਦ ਆਉਂਦਾ ਤਾਂ ਫਿਰ ਬ੍ਰੇਨ ਤੇ ਅਸਰ ਕਰਦਾ ਹੈਗਾ ਆ। ਬਿਲਕੁਲ ਕਰਦਾ ਹਾਂਜੀ ਬ੍ਰੇਨ ਤੇ ਜਦੋਂ ਅਸਰ ਕਰਦਾ ਫਿਰ ਉਹ ਜਿਹੜੇ ਤੁਹਾਡੇ ਮਸਲ ਆ ਉਹ ਫਿਰ ਬ੍ਰੇਨ ਜਿਹੜਾ ਉਹਨਾਂ ਨੂੰ ਇਹ ਗਾਈਡ ਕਰਦਾ ਕਿ ਤੂੰ ਆਪਣੇ ਮੁੱਕਾ ਵੱਟ ਜਦੋਂ ਫਿਰ ਉਹ ਐਕਸ਼ਨ ਕਰਦਾ ਮਸਲ ਵੀ ਅਗਲੇ ਦੇ ਦਾੜਾਂ ਦੇ ਮੁੱਕਾ ਮਾਰ ਦਿੰਦਾ। ਹਾਂਜੀ 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 ਤੇ ਪਹਿਲੇ ਤਾਂ ਗੁੱਸਾ ਆਉਣ ਤੋਂ ਪਹਿਲਾਂ ਆਦਮੀ ਨੂੰ ਨਾ 1 ਤੋਂ 10 ਤੱਕ ਗਿਣ ਲੈਣਾ ਚਾਹੀਦਾ ਆ। ਵਧੀਆ ਵੈਰੀ ਗੁੱਡ ਹਾਂਜੀ ਉਹਦੇ ਵਿੱਚ ਵੀ ਗੁੱਸਾ ਬੰਦੇ ਦਾ ਠੰਡਾ ਹੋ ਜਾਂਦਾ। ਇੱਕ ਗੱਲ ਹੈਗੀ ਮੈਂ ਤੁਹਾਨੂੰ ਦੱਸਾਂ ਕਿ ਇੱਕ ਆਦਮੀ ਨਾ ਉਹਨੂੰ ਗੁੱਸਾ ਆਇਆ ਤੇ ਉਹ ਘਰੋਂ ਦੌੜ ਗਿਆ। ਅੱਛਾ ਜੀ। ਤੇ ਘਰੋਂ ਦੌੜ ਗਿਆ ਤੇ ਉਹ ਲੋਕ ਜਿਹੜੇ ਨਾ ਉਹ ਦੂਰ ਦੂਰ ਦੇ ਖੂਹਾਂ ਵਿੱਚ ਜਾ ਕੇ ਦੇਖਣ। ਅੱਛਾ ਜੀ। ਉਹ ਕਹਿੰਦਾ ਇੱਕ ਬੰਦਾ ਹੋਰ ਸੀਗਾ ਨਾਲ ਉਹ ਕਹਿੰਦਾ ਕੀ ਗੱਲ ਕਹਿੰਦਾ ਯਾਰ ਫਲਾਣਾ ਦੌੜ ਗਿਆ ਉਹ ਕਿ ਦੇਖਦੇ ਵੀ ਕਿਤੇ ਖੂਹ ਛਾਲ ਨਾ ਮਾਰੀ ਹੋਵੇ। ਉਹ ਕਹਿੰਦਾ ਵੀ ਐਡੀ ਦੂਰ ਜਾਣ ਦੀ ਲੋੜ ਨਹੀਂ ਕਹਿੰਦਾ ਜਿਹੜਾ ਕੋਲ ਦਾ ਖੂਹ ਆ ਉਹਦੇ 'ਚ ਜਾ ਕੇ ਦੇਖੋ ਪਹਿਲਾਂ
ਕਿਉਂਕਿ ਗੁੱਸੇ ਵਿੱਚ ਉਹ ਨਾਲ ਦੇ ਖੂਹ 'ਚ ਜਦ ਤੱਕ ਉੱਥੇ ਤੱਕ ਜਾਣਾ ਉਹਦਾ ਗੁੱਸਾ ਠੰਡਾ ਹੋ ਜਾਣਾ, ਛਾਲ ਨਹੀਂ ਮਾਰਨੀ। ਤੇ ਇਸ ਕਰਕੇ ਉਹ ਨਾਲ ਦੇ ਖੂਹ ਦੇ ਵਿੱਚ ਦੇਖੋ, ਜੇ ਉੱਥੇ ਨਹੀਂ ਲੱਭਿਆ ਤਾਂ ਫਿਰ ਕਿਤੇ ਨਹੀਂ ਗਿਆ ਉਹ। ਸੋ ਇਹ ਗੱਲ ਹੈ ਕਿ ਗੁੱਸਾ ਜਿਹੜਾ ਇਹਨੂੰ ਬੰਦੇ ਨੂੰ ਜਿਹੜੇ 10 ਗਿਲਡਣੇ ਚਾਹੀਦੇ ਆ, ਗੁੱਸਾ ਜਿਹੜਾ ਹੈ ਨਾ ਹਮੇਸ਼ਾ ਮਨ ਤੇ ਕੰਟਰੋਲ ਕਰਨਾ ਚਾਹੀਦਾ ਬੰਦੇ ਨੂੰ, ਕਿਉਂਕਿ ਮਨ ਤੇ ਅਗਰ ਤੁਹਾਡੇ ਤੇ ਕੰਟਰੋਲ ਨਹੀਂ, ਗੁੱਸਾ ਤਾਂ ਹੀ ਜ਼ਿਆਦਾ ਆਉਂਦਾ। ਤੇ ਇਸ ਕਰਕੇ ਆਦਮੀ ਨੂੰ ਤੇ ਜਿਹੜਾ ਗੁੱਸਾ ਹੈ ਨਾ ਉਹ ਚੰਗਾ ਵੀ ਨਹੀਂ ਹੈਗਾ, ਕਈ ਵਾਰੀ ਬੈਨੀਫਿਟ ਵੀ ਹੈਗਾ ਆ। ਤੇ ਇਸ ਕਰਕੇ ਤੁਹਾਡੇ ਹਮੇਸ਼ਾ ਜਿਹੜੇ ਵਿਚਾਰ ਬਹੁਤ ਅੱਛੇ ਹੁੰਦੇ ਬੁੱਕਾਂ ਦੇ ਵਿੱਚ, ਤੇ ਇਸ ਕਰਕੇ ਬਾਕੀ ਹੋਰ ਵੀ ਕਾਲਰ ਹੁੰਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਮਾਨ ਸਾਹਿਬ। ਨਮਸਕਾਰ ਜੀ। ਬਹੁਤ ਵਧੀਆ ਇਹ ਵਿਚਾਰ ਦੇ ਗਏ ਮਾਨ ਸਾਹਿਬ ਲੰਡਨ ਤੋਂ। ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ, ਕਿਉਂਕਿ ਜਦੋਂ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਕੋਈ ਬੇਇਨਸਾਫੀ ਹੁੰਦੀ ਹੈਗੀ ਹੈ, ਤੁਹਾਡੇ ਮਨ ਵਿੱਚ ਰੋਹ ਉੱਠਦਾ, ਤੁਹਾਡੇ ਮਨ ਵਿੱਚ ਤਲਖੀ ਪੈਦਾ ਹੁੰਦੀ ਹੈ ਵੀ ਮੇਰੇ ਨਾਲ ਇਹ ਸਰਾਸਰ ਧੱਕਾ ਹੋਇਆ, ਅਤੇ ਉਸ ਟਾਈਮ 'ਤੇ ਤੁਸੀਂ ਇਹ ਸੋਚਦੇ ਹੈਗੇ ਵੀ ਮੈਂ ਆਪਣੀ ਜਿਹੜੀ ਮੇਥੇ ਤਲਖੀ ਜਾਣੀ ਕਿ ਹੈਗੀ ਉਹਨੂੰ ਮੈਂ ਕਿਸ ਤਰ੍ਹਾਂ ਦੂਸਰੇ ਬੰਦੇ ਤੱਕ ਇਹਨੂੰ ਪਹੁੰਚਾਵਾਂ ਤਾਂ ਕਿ ਪਤਾ ਲੱਗ ਸਕੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਗੁੱਡ ਈਵਨਿੰਗ ਡਾਕਟਰ ਹਰੀਸ਼ ਮਲਹੋਤਰਾ। ਹਾਂਜੀ ਚਾਂਦ ਜੀ, ਹਾਂਜੀ ਕੀ ਕਹਿਣਾ ਚਾਹੋਗੇ? ਅੱਜ ਦਾ ਜਿਹੜਾ ਟੌਪਿਕ ਉਹ ਤਾਂ ਲਾਜਵਾਬ, ਹਾਂਜੀ ਬਹੁਤ ਨਾਈਸ ਹੈਗਾ ਆ। ਵੀ ਪਹਿਲੀ ਗੱਲ ਹੈਗੀ ਆ ਵੀ ਜਿਹੜਾ ਬੰਦਾ ਝੂਠ ਬੋਲਦਾ ਹੈ ਨਾ, ਉਹ ਤਾਂ ਇੰਨਾ ਮਾੜਾ ਲੱਗਦਾ ਨਾ ਵੀ ਇਹਨੂੰ ਕਹੀਏ ਵੀ ਇਹਨੂੰ ਕੁੱਟ ਛੱਡੀਏ। ਤੇ ਬਾਕੀ ਜਿਹੜਾ ਗੁੱਸਾ ਵੀ ਚੜ੍ਹਦਾ ਹੈਗਾ ਆ ਵੀ ਹਾਂ ਇਹ ਝੂਠ ਕਿਉਂ ਬੋਲਦਾ ਆ। ਗੁੱਸਾ ਸਾਨੂੰ ਚੜ੍ਹਦਾ, ਪਰ ਸਾਨੂੰ ਗੁੱਸਾ ਚੜ੍ਹਨਾ ਚਾਹੀਦਾ ਨਹੀਂ ਹੈ, ਕਿਉਂਕਿ ਸਾਡੇ ਇਹਦੇ ਨਾਲ ਸਾਨੂੰ ਬੜੀਆਂ ਬਿਮਾਰੀਆਂ ਵੀ ਲੱਗਦੀਆਂ ਆ। ਹਾਂਜੀ ਹਾਂਜੀ, ਸਾਡਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹ ਅੱਪ ਜਾਂਦਾ ਆ। ਹੋਰ ਬੜੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਤੁਸੀਂ ਸਟ੍ਰੈਸ ਹੋ ਜਾਂਦੇ ਆ ਜੇ ਤੁਸੀਂ ਕਿਸੇ ਉੱਤੇ ਵੀ ਗੁੱਸਾ ਕਰਦੇ ਆ। ਗੁੱਸਾ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਆ, ਥੋੜਾ ਜਿਹਾ ਕਾਮ ਡਾਊਨ ਹੋਵੋ, ਫਿਰ ਅਗਲੇ ਦੇ ਨਾਲ ਉਹਨੂੰ ਵੀ ਅਗਲਾ ਵੀ ਕਿਹੜਾ ਉਦਾਂ ਦਾ ਨਹੀਂ ਹੋਣਾ। ਜੇ ਤੁਸੀਂ ਵੱਢੋਗੇ ਤਾਂ ਉਹ ਵੀ ਵੱਢੂਗਾ। ਬਿਲਕੁਲ ਬਿਲਕੁਲ, ਹੈ ਕਿ ਨਹੀਂ? ਇੱਕ ਦੂਜੇ ਜੇ ਤੁਸੀਂ ਚਪੇੜ ਮਾਰੋਗੇ ਉਹ ਵੀ ਚਪੇੜ ਮਾਰੂਗਾ। ਇਸ ਕਰਕੇ ਜਿਹੜਾ ਹੈਗਾ ਸਾਨੂੰ ਗੁੱਸੇ 'ਚ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰਨਾ ਚਾਹੀਦਾ, ਜਿਹਦੇ ਵਿੱਚ ਕਿ ਸਾਡਾ ਵੀ ਫਾਇਦਾ ਆ ਔਰ ਜਿਹੜਾ ਮੋਹਰਲਾ ਬੰਦਾ ਉਹਦਾ ਵੀ ਫਾਇਦਾ ਹੈਗਾ ਆ। ਬਾਕੀ ਜਿਹੜਾ ਅੱਜ ਕੱਲ੍ਹ ਤਾਂ ਜਿਹੜੇ ਗੁੱਸੇ ਹੈਗੇ ਉਹ ਇੰਨੇ ਹੋ ਜਾਂਦੇ ਆ ਲੋਕਾਂ ਦੇ ਵਿੱਚ, ਉਹ ਕਹਿੰਦੇ ਜਾਂ ਅਸੀਂ ਇਹਨੂੰ ਮਾਰ ਦਈਏ ਜਾਂ ਮਰ ਜਾਈਏ। ਕਿਉਂਕਿ ਇਹਨਾਂ ਗੁੱਸਿਆਂ ਦੇ ਨਾਲ ਹੀ ਬੜਾ ਕੁਝ ਹੋ ਰਿਹਾ ਘਰਾਂ ਦੇ ਵਿੱਚ, ਬੱਚਿਆਂ ਦੇ ਵਿੱਚ, ਆਪਣੇ ਮਾਂ-ਬਾਪ ਦੇ ਨਾਲ, ਫਿਰ ਸ਼ਾਦੀशुदा ਜਿਹੜੇ ਵੀ ਹੈਗੇ ਬੱਚੇ ਆ ਉਹਨਾਂ ਦੇ ਵਿੱਚ ਬੜੇ ਡਿਵੋਰਸ ਹੋ ਰਿਹਾ ਇਹਨਾਂ ਕਾਰਨਾਂ ਕਰਕੇ ਵੀ ਉਹ ਗੁੱਸੇ ਖੋ ਰਿਹਾ, ਮੇਰੀ ਗੱਲ ਨਹੀਂ ਮੰਨਦਾ, ਦਿਸ ਐਂਡ ਦੈਟ। ਇਹ ਤੁਸੀਂ ਸ਼ਾਂਤੀ ਨਾਲ ਵੀ ਕਰ ਸਕਦੇ, ਜਿਹਦੇ ਨਾਲ ਕਿ ਤੁਹਾਡੀ ਘਰ ਦੀ ਜਿਹੜੀ ਹੈਗੀ ਆ ਸ਼ਾਂਤੀ ਜਿਹੜੀ ਉਹ ਭੰਗ ਨਾ ਹੋਵੇ। ਤੇ ਨਾਲ ਹੀ ਤੁਹਾਡੀ ਜਿਹੜੀ ਫਰੈਂਡਸ਼ਿਪ ਦੇ ਵਿੱਚ ਉਹ ਵੀ ਡਰਦੇ ਆ, ਉਹ ਕਹਿੰਦੇ ਅਸੀਂ ਇਹਨੂੰ ਬੁਲਾਉਣਾ ਹੀ ਨਹੀਂ ਕਿਉਂਕਿ ਇਹ 'ਚ ਤਾਂ ਗੁੱਸਾ ਹੀ ਬੜਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਇਹਦੇ ਵਿੱਚ ਗੁੱਸਾ ਕਿਸ ਚੀਜ਼ ਦਾ ਹੈਗਾ, ਪਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਗੁੱਸਾ ਕਿਉਂ ਕਰਦਾ ਹੈ। ਇਸ ਕਰਕੇ ਤੁਹਾਡਾ ਟੌਪਿਕ ਬਹੁਤ ਸੋਹਣਾ ਹੈ। ਕੀਪ ਇਟ ਅਪ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਜੀ। ਇਹ ਤੁਸੀਂ ਜੀ ਚਾਂਦ ਹੋਣੀ ਲੰਡਨ ਤੋਂ, ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਰਕੇ ਸਾਡੇ ਨਾਲ ਸੰਵਾਦ ਰਚਾ ਸਕਦੇ ਆ। ਟੈਲੀਫੋਨ ਨੰਬਰ ਜਿਹੜਾ ਹੈਗਾ ਜੇ ਬਰਤਾਨੀਆ ਤੋਂ ਬਾਹਰੋਂ ਤੁਸੀਂ ਫੋਨ ਕਰ ਰਹੇ ਆ, ਕੈਨੇਡਾ, ਅਮਰੀਕਾ ਜਾਣੀ ਕਿ ਜਾਂ ਕਿਸੇ ਯੂਰਪੀਅਨ ਕੰਟਰੀ ਤੋਂ, ਅਤੇ ਫਿਰ ਤੁਹਾਨੂੰ 0044 ਨੰਬਰ ਪਹਿਲਾਂ ਲਾਉਣਾ ਪਊਗਾ। ਅਤੇ ਜੇ ਤੁਸੀਂ ਬਰਤਾਨੀਆ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ 0121 5024 304 ਨੰਬਰ ਘੁਮਾਉਣਾ ਪਊਗਾ। ਕਹਿੰਦਾ ਤਾਂ ਮੈਂ ਵੀ ਹੈਗਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ, ਆਪਾਂ ਸਾਰੇ ਲੋਕ ਕਿਨੇ ਗੁੱਸਾ ਨਹੀਂ ਕਰਨਾ ਚਾਹੀਦਾ, ਪਰ ਜਦੋਂ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਕੋਈ ਬੇਇਨਸਾਫੀ ਹੁੰਦੀ ਹੈ, ਕਿਸ ਤਰ੍ਹਾਂ ਦਾ ਕੋਈ ਧੱਕਾ ਹੁੰਦਾ ਹੈਗਾ, ਜਦੋਂ ਤੁਹਾਨੂੰ ਪਤਾ ਹੋਵੇ ਮੈਂ ਇੱਥੇ ਬਿਲਕੁਲ ਠੀਕ ਹਾਂ, ਤੁਹਾਡੇ 'ਤੇ ਕੋਈ ਗਲਤ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦਾ ਹੈਗਾ, ਅਤੇ ਉਦੋਂ ਤੁਹਾਡੇ ਮਨ ਵਿੱਚ ਰੋਹ ਤਾਂ ਉੱਠਦਾ ਹੈਗਾ, ਤੁਹਾਡੇ ਮਨ ਵਿੱਚ ਜਿਹੜਾ ਗੁੱਸਾ ਤਾਂ ਆਉਂਦਾ ਹੈ ਲੈ ਵੀ ਮੇਰੇ ਨਾਲ ਕਿਉਂ ਧੱਕਾ ਹੋ ਰਿਹਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਮੈਂ ਕੈਨੇਡਾ ਤੋਂ ਸ਼ਾਂਤੀ ਬੋਲੀ ਆ ਜੀ। ਹਾਂਜੀ ਸ਼ਾਂਤੀ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਮਸਲੇ ਬਾਰੇ? ਇਹ ਗੁੱਸੇ ਬਾਰੇ। ਗੁੱਸਾ ਤਾਂ ਜਿਹੜਾ ਜਦੋਂ ਬੱਚਾ ਜੰਮਦਾ ਆ ਉਦੋਂ ਉਹਨੂੰ ਗੁੱਸੇ ਦਾ ਪਤਾ ਨਹੀਂ ਹੁੰਦਾ। ਹਾਂਜੀ। ਤੇ ਜਦੋਂ ਥੋੜਾ ਥੋੜਾ ਵੱਡਾ ਹੁੰਦਾ ਜਾਂਦਾ ਆ, ਕਦੀ ਆਪਣੀ ਮਾਂ ਨਾਲ ਗੁੱਸੇ ਹੋ ਗਿਆ, ਕਦੀ ਕਿਸੇ ਨਾਲ ਗੁੱਸੇ ਹੋ ਗਿਆ, ਜਿਉਂ-ਜਿਉਂ ਸਮਾਜ ਦੇ ਵਿੱਚ ਵਿਚਰਦਾ ਆ ਜਾਂ ਆਪਣੀ ਫੈਮਿਲੀ ਦੇ ਵਿੱਚ ਵਿਚਰਦਾ ਆ ਤਾਂ ਉਹ ਥੋੜਾ ਥੋੜਾ ਗੁੱਸੇ ਹੋਣ ਲੱਗ ਪੈਂਦਾ ਆ। ਉਹ ਕਈਆਂ ਦਾ ਗੁੱਸਾ ਹੁੰਦਾ ਟੈਂਪਰੇਰੀ, ਕਈਆਂ ਦਾ ਹੁੰਦਾ ਪਰਮਾਨੈਂਟ। ਜਿਹੜੇ ਜੀਨਸ ਦੇ ਵਿੱਚ ਤੁਹਾਡੇ ਗੁੱਸੇ ਦੇ ਜੀਨਸ ਆ ਨਾ, ਉਹ ਨਹੀਂ ਜਾਂਦੇ ਹੈਗੇ। ਜਿਵੇਂ ਕਈਆਂ ਨੂੰ ਗੁੱਸਾ ਆਉਂਦਾ ਆ ਥੋੜੇ ਟਾਈਮ ਲਈ ਤਾਂ ਚੱਲ ਉਹ ਫਿਰ ਇੱਕੋ ਜਿਹੇ ਹੋ ਜਾਂਦੇ ਆ, ਪਰ ਕਈ ਲੋਕ ਆਪਣਾ ਗੁੱਸਾ ਜਿਹੜਾ ਉਹ ਸਾਰੀ ਉਮਰ ਹੀ ਬਿਤਾ ਦਿੰਦੇ। ਅੱਜ ਕੱਲ੍ਹ ਇੱਕੋ ਹੀ ਗੱਲ ਹੁੰਦੀ ਆ, ਇੱਕੋ ਵਾਰੀ ਇੱਕ ਦੂਜੇ ਰਿਸ਼ਤੇਦਾਰ ਜਿਹੜੇ ਉਹ ਇੱਕ ਦੂਜੇ ਨਾਲ ਗੁੱਸਾ ਹੀ ਹੁੰਦੇ ਆ, ਤਾਂ ਸਾਰੀ ਉਮਰਾਂ ਦੇ ਉਹ ਲੇਖੇ ਲੱਗ ਜਾਂਦੇ ਵੀ ਅਸੀਂ ਇੱਕ ਦੂਜੇ ਨੂੰ ਬੁਲਾਉਣਾ ਹੀ ਨਹੀਂ ਹੈਗਾ। ਪਰ ਇਹ ਜਿਹੜਾ ਗੁੱਸਾ ਆ, ਇਹ ਗੁੱਸਾ ਬਹੁਤ ਕੁਛ ਕਰ ਜਾਂਦਾ ਹੈ। ਜੇ ਕਿਸੇ ਨੂੰ ਬਹੁਤ ਗੁੱਸਾ ਆਉਂਦਾ, ਉਹ ਗੁੱਸੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਵੀ ਕਰ ਦਿੰਦਾ ਆ।
ਉਹ ਗਲਤੀਆਂ ਕਰਨ ਦਾ ਉਹਨੂੰ ਮਗਰੋਂ ਪਛਤਾਵਾ ਹੁੰਦਾ ਹੈ ਵੀ ਮੈਂ ਇਹ ਬਹੁਤ ਵੱਡੀ ਗਲਤੀ ਕਰਤੀ ਹੈ। ਸੋ ਜਿਹੜਾ ਗੁੱਸਾ ਹੈ ਉਹਨੂੰ ਆਪਾਂ ਪਹਿਲਾਂ ਜਦੋਂ ਆਪਾਂ ਕਿਸੇ ਨਾਲ ਵੀ ਗੱਲ ਕਰਨੀ ਆ ਤਾਂ ਪਹਿਲਾਂ ਸਾਨੂੰ ਸੋਚ ਸਮਝ ਕੇ ਵੀ ਆਹ ਗੱਲ ਮੈਂ ਠੀਕ ਕਰਨੀ ਆ ਜਾਂ ਇਹ ਗਲਤ ਆ, ਫਿਰ ਹੀ ਅਸੀਂ ਦੂਜੇ ਨੂੰ ਫੇਸ ਕਰ ਸਕਦੇ ਆ। ਕਈ ਵਾਰੀ ਅਸੀਂ ਆਪਣੇ ਬੱਚਿਆਂ ਨਾਲ ਗੁੱਸੇ ਹੋ ਜਾਂਦੇ ਆ, ਉਹਦਾ ਨਾਲ ਸਾਡਾ ਟੈਂਪਰੇਰੀ ਜਿਹਾ ਗੁੱਸਾ ਹੁੰਦਾ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਫੇਰ ਦੁਬਾਰਾ ਬੁਲਾ ਲੈਂਦੇ ਆ। ਪਰ ਕਈ ਰਿਸ਼ਤੇਦਾਰ ਇਹੋ ਜਿਹੇ ਹੁੰਦੇ ਆ ਜਿਹਨੂੰ ਅਸੀਂ ਬੁਲਾਉਂਦੇ ਆ ਪਰ ਉਹ ਨਹੀਂ ਸਾਡੇ ਨਾਲ ਬੋਲਣਾ ਚਾਹੁੰਦੇ, ਫਿਰ ਅਸੀਂ ਇੰਨਾ ਵੀ ਆਪ ਨੂੰ ਕਰਾਉਣਾ ਨਹੀਂ ਚਾਹੀਦਾ ਵੀ ਅਗਲਾ ਤਾਂ ਸਾਡੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦਾ ਗੁੱਸੇ ਦੇ ਵਿੱਚ, ਤਾਂ ਅਸੀਂ ਵਾਰ-ਵਾਰ ਉਹਨੂੰ ਫੇਰ ਬੁਲਾਉਣਾ ਚਾਹੁੰਦੇ ਆ। ਤੇ ਇਹ ਦੱਸੋ ਜਿਹੜਾ ਗੁੱਸਾ ਆ ਇਹ ਤਾਂ ਕਈ ਵਾਰੀ ਟੈਂਪਰੇਰੀ ਜਿਹਾ ਹੁੰਦਾ, ਚਲੋ ਆਉਂਦਾ ਹੈ, ਕੋਈ ਨੁਕਸਾਨ ਨਹੀਂ ਕਰਦਾ ਹੈਗਾ, ਪਰ ਜੇ ਬਹੁਤ ਕਿਸੇ ਨੂੰ ਗੁੱਸਾ ਆਉਂਦਾ ਆ ਉਹਦੇ ਨਾਲ ਸਾਡੀ ਸਿਹਤ ਤੇ ਬਹੁਤ ਅਸਰ ਹੁੰਦਾ ਹੈ। ਉਹਨਾਂ ਅਸੀਂ ਆਪਣੀ ਸਿਹਤ ਆਪ ਹੀ ਵਿਗਾੜ ਦਿੰਦੇ ਹਾਂ। ਸੋ ਅੱਜ ਕੱਲ ਮੈਂ ਦੇਖਿਆ ਜਿੰਨਾ ਵੀ ਦੁਨੀਆ ਦੇ ਵਿੱਚ ਕੋਈ ਵੀ ਭੈਣ ਭਾਈ ਆ ਜਾਂ ਕੋਈ ਰਿਸ਼ਤੇਦਾਰ ਉਹਨਾਂ 'ਚ ਗੁੱਸੇ ਬਾਹਲੇ ਵਧੇ ਹੋਏ ਆ। ਜਿੱਥੇ ਵੀ ਚਲ ਜਾਓ, ਪਰਿਵਾਰਾਂ ਦੇ ਵਿੱਚ ਚਲ ਜਾਓ ਜਾਂ ਫਰੈਂਡਸ਼ਿਪ ਦੇ ਵਿੱਚ ਚਲ ਜਾਓ, ਐਵੇਂ ਮਾੜੀ ਜਿਹੀ ਗੱਲ ਤੇ ਗੁੱਸੇ ਹੋ ਜਾਂਦੇ। ਫਿਰ ਇੱਦਾਂ ਨਹੀਂ ਵੀ ਗੁੱਸੇ ਹੋ ਗਿਆ ਤੇ ਉਹਨੂੰ ਬੁਲਾ ਲਈਏ, ਇੱਕ ਜਾਣਾ ਚਾਹੁੰਦਾ ਹੈ ਵੀ ਮੈਂ ਉਹਨੂੰ, ਫਿਰ ਅਸੀਂ ਉਹਦੇ ਨਜ਼ਦੀਕ ਆ ਜਾਈਏ, ਪਰ ਦੂਜਾ ਨਹੀਂ ਚਾਹੁੰਦਾ। ਇਸ ਕਰਕੇ ਉਹ ਗੁੱਸੇ ਵੱਧਦੇ ਬਸ ਵੱਧ ਹੀ ਜਾਂਦੇ ਆ ਤੇ ਉਹ ਰਿਸ਼ਤੇਦਾਰੀਆਂ ਜਿੰਨੀਆਂ ਵੀ ਆ ਇੱਕ ਦੋ ਪਲ ਦੇ ਗੁੱਸੇ ਦੇ ਨਾਲ ਸਾਰਾ ਪਿਆਰ ਭਰਾ ਰਿਸ਼ਤਾ ਜਿਹੜਾ ਉਹ ਟੁੱਟ ਜਾਂਦਾ। ਜਦੋਂ ਉਸ ਬੰਦੇ ਨੂੰ ਹੋਸ਼ ਆਉਂਦੀ ਆ ਵੀ ਹੁਣ ਤਾਂ ਸਾਡੀ ਉਮਰ ਵੀ ਗੁਜ਼ਰ ਗਈ ਪਰ ਅਸੀਂ ਇੱਕ ਦੂਜੇ ਨਾਲ ਬੋਲਦੇ ਨਹੀਂ ਹੈਗੇ। ਮੈਂ ਤਾਂ ਇੱਥੋਂ ਤਾਈਂ ਵੀ ਦੇਖਿਆ ਆ ਕਿ ਲੋਕ ਕਹਿੰਦੇ ਆ ਵੀ ਜੇ ਸਾਨੂੰ ਜਿਉਂਦੇ ਜੀ ਤੁਸੀਂ ਬੋਲੇ ਨਹੀਂ ਹੈਗੇ, ਸਾਡੇ ਨਾਲ ਗੁੱਸੇ ਹੀ ਰਹੇ ਆ, ਤਾਂ ਅਸੀਂ ਦੁਨੀਆ ਤੋਂ ਜਾਣਾ ਆ ਉਦੋਂ ਵੀ ਸਾਡੇ ਕੋਲ ਨਾ ਆਇਓ ਜਾਂ ਸਾਡੇ ਐਂਡ ਆਫ ਦਾ ਲਾਈਫ ਦੇ ਵਿੱਚ ਤੁਸੀਂ ਉਦੋਂ ਵੀ ਨਾ ਪਹੁੰਚੋ ਜੇ ਤੁਸੀਂ ਸਾਡੇ ਨਾਲ ਜਿਉਂਦੇ ਜੀ ਨਹੀਂ ਵਰਤੇ ਹੈਗੇ। ਸੋ ਮੈਨੂੰ ਅੱਜ ਕੱਲ੍ਹ ਦੀ ਸੁਸਾਇਟੀ ਮੈਨੂੰ ਲੱਗਦਾ ਵੀ ਜਿਹੜਾ ਗੁੱਸੇ ਉਹ ਬਾਹਰੇ ਵਧੇ ਹੋਏ ਆ ਉਹਨਾਂ ਨੂੰ ਥੋੜ੍ਹਾ ਜਿਹਾ ਬੰਦੇ ਨੂੰ ਕਾਮ ਡਾਊਨ ਹੋਣਾ ਚਾਹੀਦਾ ਦੋਨਾਂ ਪਾਸਿਆਂ ਨੂੰ। ਇੱਦਾਂ ਨਹੀਂ ਵੀ ਹੁਣ ਮੈਂ ਕਹਾਂ ਵੀ ਮੇਰਾ ਗੁੱਸਾ ਆਇਆ ਤੁਹਾਡੇ ਤੇ, ਅਗਲਾ ਕਵੇ ਹਾਂ ਮੇਰਾ ਵੀ ਗੁੱਸਾ ਆਇਆ, ਉਹ ਕਵੇ ਮੈਂ ਕਹਾਂ ਓਕੇ ਕੋਈ ਗੱਲ ਨਹੀਂ, ਆਪਾਂ ਜੇ ਕੋਈ ਆਪਣੀ ਇਹੋ ਜਿਹੀ ਜਿੰਨੀ ਵੀ ਗੱਲ ਹੋ ਹੀ ਗਈ ਆ ਕੋਈ ਗੱਲ ਨਹੀਂ ਹੈਗੀ, ਆਪਾਂ ਫੇਰ ਵਰਤਦੇ। ਅਗਲਾ ਕਹਿੰਦਾ ਨਹੀਂ ਮੈਂ ਤਾਂ ਤੇਰੇ ਨਾਲ ਵਰਤਣਾ, ਫਿਰ ਤੁਸੀਂ ਗੁੱਸਾ ਹੋ ਫਿਰ ਤੁਸੀਂ ਕੀ ਕਰ ਸਕਦੇ ਆ। ਸੋ ਮੇਰਾ ਖਿਆਲ ਆ ਸਾਰਿਆਂ ਨੂੰ ਚਾਹੀਦਾ ਹੈ ਵੀ ਅਸੀਂ ਗੁੱਸੇ ਨੂੰ ਕੰਟਰੋਲ ਕਰੀਏ ਜਾਂ ਜੋ ਕੋਈ ਗੱਲਾਂ ਹੋਈਆਂ ਆ ਉਹਨਾਂ ਨੂੰ ਆਪਾਂ ਕਾਮ ਡਾਊਨ ਕਰੀਏ ਜਾਂ ਭੁੱਲ ਜਾਈਏ, ਫਿਰ ਹੀ ਆਪਾਂ ਆਪਣੀ ਸਿਹਤ ਨੂੰ ਜਾਂ ਸਮਾਜ ਨੂੰ ਵਧੀਆ ਇੱਕ ਸੇਧ ਦੇ ਸਕਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਸੀ ਜੀ, ਥੈਂਕ ਯੂ ਜੀ। ਇਹ ਤਾਂ ਸੀ ਜੀ ਸ਼ਾਂਤੀ ਥੰਮਨ ਹੋਣੀ ਵੈਨਕੂਵਰ ਤੋਂ, ਕੈਨੇਡਾ ਤੋਂ। ਅਤੇ ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਕੁਛ ਗੱਲਾਂ ਇਹੋ ਜਿਹੀਆਂ ਜ਼ਿੰਦਗੀ ਵਿੱਚ ਜਿਹੜੀਆਂ ਕਿ ਤੁਹਾਡੇ ਨਾਲ ਵੀ ਵਾਪਰੀਆਂ, ਮੇਰੇ ਨਾਲ ਵੀ ਵਾਪਰੀਆਂ ਹੋਣੀਆਂ, ਆਪਣੇ ਹੋਰ ਸਰੋਤਿਆਂ ਨਾਲ ਵਾਪਰੀਆਂ ਹੋਣੀਆਂ, ਦਰਸ਼ਕਾਂ ਨਾਲ ਵਾਪਰੀਆਂ ਹੋਣੀਆਂ, ਜੋ ਤੁਸੀਂ ਬਹੁਤ ਜ਼ਿਆਦਾ ਹਰਟ ਹੋਣੇ ਹੈਗੇ, ਜੋ ਤੁਹਾਨੂੰ ਲੱਗਦਾ ਹੈ ਤੁਹਾਡੇ ਨਾਲ ਬਹੁਤ ਸਾਰਾ ਧੱਕਾ ਹੋਇਆ ਹੈਗਾ। ਜੇ ਆਪਾਂ ਹੁਣ ਆਜ਼ਾਦੀ ਦੀ ਗੱਲ ਵੀ ਕਰੀਏ, ਜਿਹੜੇ ਸਾਡੇ ਸੂਰਮਿਆਂ ਨੇ ਆਜ਼ਾਦੀ ਲੜਾਈ ਲੜੀ ਹੈਗੀ, ਉਹਨਾਂ ਨੂੰ ਗੁੱਸਾ ਚੜ੍ਹਿਆ ਸੀ ਸਾਡੇ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ, ਸਾਡੇ 'ਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ ਤੁਹਾਡਾ। ਮੈਂ ਜੀ ਸੁਖਦੇਵ ਸਿੰਘ ਬਾਂਸਲ ਲੈਸਟਰ ਤੋਂ ਬੋਲ ਰਿਹਾ ਜੀ। ਬਾਂਸਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜਾ ਇਸ਼ੂ ਬਾਰੇ? ਮਲਹੋਤਰਾ ਸਾਹਿਬ ਜੀ, ਤੁਸੀਂ ਜਿਹੜੀਆਂ ਅੱਜ ਦੇ ਮਨੁੱਖ ਦੀਆਂ ਸਮੱਸਿਆਵਾਂ ਜੀ ਸਾਰੇ ਯੂਰਪ ਦੀਆਂ ਪੂਰੀ ਮਨੁੱਖਤਾ ਦੀਆਂ ਉਹਨਾਂ ਨੂੰ ਲੈ ਕੇ ਆਉਂਦੇ ਹੋ, ਇਹ ਬੜੀ ਜਿਹੜੀ ਉੱਚੀ ਗੱਲ ਹੈਗੀ ਆ, ਬੜੀ ਸਿਆਣੀ ਗੱਲ ਹੈਗੀ ਆ। ਇਹ ਜਿਹੜੀਆਂ ਭਾਵਨਾਵਾਂ ਨੇ, ਇਹ ਜਿਹੜੀਆਂ ਗੁੱਸੇ ਦੀਆਂ, ਨਾਰਾਜ਼ਗੀ ਦੀਆਂ ਜਾਂ ਹੋਰ ਸਾਡੀਆਂ ਭਾਵਨਾਵਾਂ ਨੇ, ਅਸਲ ਵਿੱਚ ਮਨੁੱਖ ਜਿਹੜਾ ਜੇ ਉਹ ਆਪਣੀ ਗਲਤ ਆਇਡੈਂਟੀਫਿਕੇਸ਼ਨ ਲੈ ਕੇ ਫਿਰਦਾ ਜੀ। ਜਿਹੜੀ ਸਾਡੀ ਅਸਲੀ ਆਇਡੈਂਟੀਫਿਕੇਸ਼ਨ ਜੇ ਉਹ ਸਾਡੀ ਪਿਓਰ ਕੌਨਸ਼ੀਅਸਨੈਸ ਜੇ, ਅਵੇਅਰਨੈਸ ਜੇ। ਮਨੁੱਖ ਆਇਡੈਂਟੀਫਾਈ ਕਰਨ ਲੱਗ ਪੈਂਦਾ ਕਿ ਮੇਰੀ ਪ੍ਰੈਸਟੀਜ ਜੇ, ਮੈਂ ਤਾਂ ਆਹ ਜਾਤ ਦਾ ਹੁੰਨਾ, ਮੈਂ ਵੱਡਾ ਹੁੰਨਾ, ਮੈਂ ਉੱਚਾ ਹੁੰਨਾ। ਹਰ ਕੋਈ ਆਪੋ ਆਪਣੀ ਪ੍ਰੈਸਟੀਜ ਰੱਖਦਾ ਜੀ, ਹਰ ਕੋਈ ਆਪੋ ਆਪਣੀ ਇੱਕ ਆਇਡੈਂਟੀਫਾਈ ਕਰ ਰਿਹਾ ਜੀ ਆਪਣੇ ਆਪ ਨੂੰ ਕਿ ਮੈਂ ਪੜ੍ਹਿਆ ਲਿਖਿਆ ਜੀ, ਮੈਂ ਤਾਂ ਬੜਾ ਸਿਆਣਾ ਜੀ, ਮੈਂ ਤਾਂ ਬੜਾ ਵੱਡਾ ਜ਼ਮੀਨਦਾਰਾਂ ਦਾ ਮਾਲਕ ਹੈਗਾ ਜੀ। ਉਹਦੀ ਉਹ ਗਲਤ ਆਇਡੈਂਟੀਫਿਕੇਸ਼ਨ ਅੱਜ ਮਨੁੱਖਤਾ ਦੀ ਪ੍ਰੋਬਲਮ ਕੀ ਹੋ ਗਈ ਜੀ? ਮਨੁੱਖਤਾ ਨੂੰ ਆਪਣੀ ਅਸਲੀ ਹੋਂਦ ਦਾ ਨਹੀਂ ਪਤਾ। ਉਹ ਜਿਹੜੀ ਹੋਂਦ ਆਪਣੀ ਬਣਾ ਕੇ ਬੈਠੀ ਜੇ ਕਿ ਮੈਂ ਐਜੂਕੇਟਡ ਆ, ਮੈਂ ਦਿਸ ਆ, ਮੈਂ ਦੈਟ ਆ, ਉਹ ਜਿਹੜੀ ਗੁੱਸਾ ਆਉਣ ਦਾ ਕਾਰਨ ਹੋ ਜਾਂਦਾ ਕਿ ਉਹਦੀ ਜਿਹੜੀ ਖਿਆਲ ਨੇ, ਉਹਦੀ ਜਿਹੜੀ ਪਹਿਚਾਣ ਜੇ, ਉਹਨੂੰ ਉਹ ਦੂਸਰੇ ਜਿਹੜੇ ਹੈਗੇ ਆ ਉਹ ਉਸ ਨੂੰ ਕਨਫਰਮ ਨਹੀਂ ਕਰਦੇ।
ਉਹਨਾਂ ਦੇ ਨਾ ਕਨਫਰਮ ਕਰਨ ਤੇ ਇਗਨੋਰ ਕਰਨ ਦੇ ਉੱਤੇ ਜਿਹੜਾ ਉਹਦੀਆਂ ਭਾਵਨਾਵਾਂ ਨੂੰ ਜਦੋਂ ਠੇਸ ਲੱਗਦੀ ਜੇ ਔਰ ਉਹਦੀਆਂ ਭਾਵਨਾਵਾਂ ਬਹੁਤੀ ਦਫਾ ਗਲਤ ਪਹਿਚਾਣ ਦੇ ਉੱਤੇ ਹੋਇਆ ਕਰਦੀਆਂ ਨੇ। ਮਨੁੱਖ ਦੀ ਅਸਲੀ ਪਹਿਚਾਣ ਜੋਤੀ ਸਰੂਪ ਜਾਂ ਅਵੇਅਰਨੈਸ ਚੇਤਨਤਾ ਨੂੰ ਕਦੇ ਗੁੱਸਾ ਨਹੀਂ ਹੁੰਦਾ, ਕਿਉਂਕਿ ਉਸਨੇ ਸੰਸਾਰ ਦੇ ਅੰਦਰ ਸਭ ਕੁਝ ਰਚਿਆ ਜੇ। ਇਹ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਜੇ ਉਹਦੇ ਵਿੱਚੋਂ ਹੀ ਉਤਪੰਨ ਹੁੰਦੇ ਨੇ। ਇਹ ਜਿਹੜੀ ਮਨੁੱਖ ਦੇ ਅੰਦਰ ਜਿਹੜਾ ਗੁੱਸਾ ਉਤਪੰਨ ਹੁੰਦਾ ਜੇ ਉਹ ਵੀ ਉਸ ਪਹਿਚਾਣ ਨੇ ਇਹਦੀ ਕੋਈ ਪਹਿਚਾਣ ਬਣਾਈ ਜੇ ਜਿਹਦੇ ਕਰਕੇ ਇਹਦੇ ਅੰਦਰ ਗੁੱਸਾ ਪ੍ਰਗਟ ਹੁੰਦਾ ਜੇ। ਦਵਾਈ ਸਮਝ ਤੋਂ, ਦਵਾਈ ਅਵੇਅਰਨੈਸ ਤੋਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਮਨੁੱਖਤਾ ਅੱਜ ਗਲਤਾਨ ਜੇ ਇਹਨਾਂ ਬਿਮਾਰੀਆਂ ਨਾਲ, ਇਸ ਕਰਕੇ ਕਿ ਉਹ ਆਪਣੀ ਅਸਲੀ ਹੋਂਦ ਨੂੰ ਪਹਿਚਾਣ ਨਹੀਂ ਸਕੀ ਕਿ ਅਸਲ ਵਿੱਚ ਜਿਹੜੀ ਇਨਸਾਨੀਅਤ ਜੇ ਉਹ ਸਾਡੀ ਅਵੇਅਰਨੈਸ ਜੇ, ਸਾਡੀ ਸਰਬ ਸਾਂਝ ਜੇ, ਜਿਹੜੀ ਸਰਬ ਸਾਂਝ ਜਿਹੜੀ ਸਾਰੀ ਚੇਤਨਤਾ ਸਾਰੀ ਮਨੁੱਖਤਾ ਦੇ ਅੰਦਰ ਵਸਦੀ ਜੇ। ਇੱਕੋ ਅਵੇਅਰਨੈਸ ਚੇਤਨਤਾ ਪੂਰੀ ਮਨੁੱਖਤਾ ਦੇ ਅੰਦਰ ਵਸਦੀ ਜੇ, ਚਾਹੇ ਉਹ ਹਿੰਦੂ ਮੁਸਲਿਮ ਸਿੱਖ ਈਸਾਈ ਜੇ, ਚਾਹੇ ਉਹ ਯੂਰਪ ਜੇ ਜਾਂ ਈਸਟ ਵੈਸਟ ਜੇ, ਜਿਹੜੀ ਮਰਜ਼ੀ ਕੰਟਰੀ ਜੇ। ਸਾਰਿਆਂ ਦੇ ਅੰਦਰ ਜਿਹੜੀ ਚੀਜ਼ ਡੋਮੀਨੇਟ ਕਰਦੀ ਜੇ, ਜਿਹੜੀ ਸੰਸਾਰ ਚਲਾ ਰਹੀ ਜੇ, ਉਹ ਇੱਕੋ ਅਵੇਅਰਨੈਸ ਸੀ। ਪਰ ਸਾਡੀ ਪਹਿਚਾਣ ਵੀ ਇੱਕ ਹੋਣੀ ਚਾਹੀਦੀ ਹੈ, ਪਰ ਸਾਡੀਆਂ ਜਿਹੜੀਆਂ ਉਹ ਤੋਂ ਹਟ ਕੇ ਬਣੀਆਂ ਹੋਈਆਂ ਪਹਿਚਾਣਾਂ ਜੇ ਉਹ ਸਾਡੇ ਅੰਦਰ ਗੁੱਸਾ ਪੈਦਾ ਕਰਦੀਆਂ ਜੇ ਕਿ ਕਿਉਂਕਿ ਲੋਕ ਉਹਨਾਂ ਪਹਿਚਾਣਾਂ ਨੂੰ ਕਨਫਰਮ ਨਹੀਂ ਕਰਦੇ, ਉਹਦੀ ਰਿਸਪੈਕਟ ਨਹੀਂ ਕਰਦੇ ਔਰ ਹੋ ਨਹੀਂ ਸਕਦੀ ਕਿਉਂਕਿ ਬਾਕੀ ਦੀਆਂ ਪਹਿਚਾਣਾਂ ਝੂਠੀਆਂ ਨੇ। ਮਨੁੱਖਤਾ ਦੀ ਪਹਿਚਾਣ ਇੱਕੋ ਅਵੇਅਰਨੈਸ। ਤੁਸੀਂ ਕਿੰਨੇ ਕੁ ਅਵੇਅਰ ਹੋ ਇਹਦੇ ਉੱਤੇ ਡਿਪੈਂਡ ਕਰਦਾ ਜੀ। ਤੁਸੀਂ ਬਹੁਤ ਮੁੱਦੇ ਲਏ ਨੇ ਔਰ ਬੜੇ ਉਹ ਸੂਝਵਾਨ ਮੁੱਦੇ ਨੇ, ਉਹ ਮਨੁੱਖ ਦੀਆਂ ਸਮੱਸਿਆਵਾਂ ਨੇ। ਇਹਨਾਂ ਸਮੱਸਿਆਵਾਂ ਦਾ ਹੱਲ ਮਨੁੱਖ ਦੀ ਅੰਤਰਮ ਖੋਜ ਜੇ। ਮਨੁੱਖ ਨੇ ਹਜੇ ਆਪਣੇ ਆਪ ਦੀ ਆਪਣੀ ਅਸਲੀ ਹੋਂਦ ਦੀ ਪਹਿਚਾਣ ਨਹੀਂ ਲੱਗੀ। ਉਹ ਜਿਹੜੀਆਂ ਪਹਿਚਾਣਾਂ ਦੇ ਵਿੱਚ ਰੁੜਿਆ ਫਿਰਦਾ ਜੇ ਉਹਨਾਂ ਦੇ ਵਿੱਚ ਉਹ ਠੋਕਰਾਂ ਖਾਂਦਾ ਜੀ, ਉਹਨਾਂ ਦੇ ਵਿੱਚ ਉਹ ਦੁੱਖ ਭੋਗਦਾ ਜੀ। ਝੂਠ ਨੇ ਅਕਸਰ ਤੁਹਾਨੂੰ ਦੁੱਖ ਦੇਣਾ ਜੀ। ਇਹ ਸੱਚ ਦਾ ਸਫਰ ਜੇ, ਸੱਚ ਦਾ ਸਾਹਮਣਾ ਜੇ ਤੁਹਾਡਾ ਪ੍ਰੋਗਰਾਮ। ਠੀਕ ਹੈ, ਠੀਕ ਹੈ। ਸੱਚ ਜੇ ਮਨੁੱਖ ਇੱਕ ਅਵੇਅਰਨੈਸ, ਇੱਕ ਚੇਤਨਤਾ ਜੇ। ਬਾਕੀ ਦੀਆਂ ਗੱਲਾਂ ਵੀ ਜ਼ਰੂਰੀ ਨੇ ਕਿਉਂਕਿ ਉਹ ਸਰਵਾਈਵਲ ਦੇ ਉੱਤੇ ਆਉਂਦੀਆਂ ਨੇ। ਥੈਂਕ ਯੂ। ਉਹ ਸਰਵਾਈਵਲ ਸਾਡਾ ਪੁਆਇੰਟ ਹੈਗਾ ਕਿ ਸਾਨੂੰ ਜਿਹੜਾ ਹੈਗਾ ਆ ਖਾਣ ਪੀਣ ਲਈ ਵੀ ਚਾਹੀਦਾ, ਸਾਨੂੰ ਜ਼ਮੀਨਾਂ ਜਾਇਦਾਦਾਂ ਵੀ ਚਾਹੀਦੀਆਂ, ਸਾਨੂੰ ਸਰੀਰ ਵੀ ਚਾਹੀਦਾ। ਇਹ ਸਾਡੀਆਂ ਸਰਵਾਈਵਲ ਲੋੜਾਂ ਨੇ। ਪਰ ਇਹਨਾਂ ਤੋਂ ਅੱਗੇ ਜਿਹੜਾ ਹੈਗਾ ਜੇ ਉਹ ਜਦੋਂ ਜੋਤੀ ਸਰੂਪ ਜਾਂ ਅਵੇਅਰਨੈਸ ਦੀ ਅਸੀਂ ਗੱਲ ਕਰਦੇ ਜੇ ਉਹ ਇਹਨਾਂ ਭਾਵਨਾਵਾਂ ਤੋਂ ਅੱਗੇ ਜੇ। ਇਹ ਭਾਵਨਾਵਾਂ ਦਾ ਰਚਨਹਾਰਾ ਜੀ। ਜਦੋਂ ਅਸੀਂ ਇਸ ਰਚਨਹਾਰੇ ਨੂੰ ਇਗਨੋਰ ਕਰ ਦਿੰਦੇ ਜੇ ਫਿਰ ਅਸੀਂ ਜਿਹੜੀ ਮਰਜ਼ੀ ਵੀ ਆਪਣੀ ਪਹਿਚਾਣ ਬਣਾ ਲਈਏ ਉਹ ਸਾਡੀ ਪਹਿਚਾਣ ਝੂਠੀ ਹੋਣ ਕਰਕੇ ਸਾਡੇ ਦੁੱਖਾਂ ਦਾ ਕਾਰਨ ਬਣਦੀ ਜੇ। ਥੈਂਕ ਯੂ ਵੈਰੀ ਮਚ। ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਸੁਖਦੇਵ ਸਿੰਘ ਬਾਂਸਲੋਣੀ ਲੈਸਟਰ ਤੋਂ। ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਆ। ਟੈਲੀਫੋਨ ਨੰਬਰ 0121 5024 ਬਰਤਾਨੀਆ ਦਾ। ਅਤੇ ਜੇ ਬਰਤਾਨੀਆ ਤੋਂ ਬਾਹਰ ਤੋਂ ਤੁਸੀਂ ਟੈਲੀਫੋਨ ਕਰ ਰਹੇ ਆ, ਯੂਰਪ ਤੋਂ, ਕਿਸੇ ਯੂਰਪੀਅਨ ਕੰਟਰੀਜ਼ ਤੋਂ, ਯਾਨੀ ਕਿ ਜਾਂ ਅਮਰੀਕਾ, ਕੈਨੇਡਾ ਜਾਂ ਇੰਡੀਆ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ ਮੋਰੇ 0044 ਨੰਬਰ ਲਾਉਣਾ ਪਊਗਾ ਅਤੇ ਸਾਰਾ ਨੰਬਰ 0044 121 5024 304 ਨੰਬਰ ਘੁੰਮਾਉਣਾ ਪਊਗਾ, ਜਿਹੜਾ ਕਿ ਸਕਰੀਨ 'ਤੇ ਵੀ ਨੰਬਰ ਆ ਰਿਹਾ ਹੈਗਾ। ਮੈਂ ਇਹੋ ਜਿਹੇ ਮਸਲੇ ਜਿਹੜੇ ਹੈਗੇ ਤੁਹਾਡੇ ਦਰਪੇਸ਼ ਲਿਆਉਂਦਾ ਹੈਗਾ ਜਿਹੜੇ ਕਿ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੁੰਦੇ ਆ, ਜਿਹੜੇ ਕਿ ਹਰ ਇਨਸਾਨ ਦੇ ਨਾਲ ਸੰਬੰਧਿਤ ਹੁੰਦੇ ਆ ਅਤੇ ਉਹਨਾਂ ਤੋਂ ਅਸੀਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ ਤੁਹਾਡਾ। ਜੈ ਬੇਟਾ ਡਾਕਟਰ ਸਾਹਿਬ ਜੀ। ਥੈਂਕ ਯੂ ਜੀ। ਹਾਂਜੀ, ਕੀ ਕਹਿਣਾ? ਜਿਹੜਾ ਤੂੰ ਅੱਜ ਕੰਮ ਕੀਤਾ ਤਾਂ ਮੇਰੇ ਸਿਰ ਦਾ ਕੀਤਾ ਮੈਂ 81 ਹੋ ਗਈ ਆ। ਅੱਛਾ ਜੀ। ਇਹ ਹੋ ਗਈ ਬੋਲਣਾ ਤਾਂ ਉੱਤਾ ਨਹੀਂ ਚੰਗਾ। ਹਾਂਜੀ ਹਾਂਜੀ ਹਾਂਜੀ। ਮੈਂ ਭਗਵਾਨ ਬੁੱਧ ਦੇ ਜਾਂਦੇ ਸੀਗੇ ਤਾਂ ਕੋਈ ਉਹਨਾਂ ਨੂੰ ਬੁਰਾ ਬੋਲਣ ਲੱਗ ਪਿਆ। ਹਾਂਜੀ ਹਾਂਜੀ। ਜਦੋਂ ਨਹੀਂ ਹਟੇ ਤਾਂ ਭਗਵਾਨ ਬੁੱਧ ਕਹਿੰਦਾ ਵੀ ਕੋਈ ਹੋਰ ਗੱਲ ਨਹੀਂ ਆਉਂਦੀ। ਕਹਿੰਦਾ ਨਹੀਂ, ਉਹ ਕਹਿੰਦਾ ਕਿ ਤੈਨੂੰ ਲੱਗਦਾ ਕੀ ਆ? ਲੱਗਦਾ ਨਹੀਂ ਕੁਛ, ਇਹ ਲੱਗਦਾ ਨਹੀਂਗਾ ਤਾਂ ਕੋਈ ਗੱਲ ਕਰੀ ਜਿਹੜਾ ਕੋਈ ਤੈਨੂੰ ਤੇਰੇ ਬਾਤ ਨਹੀਂ
ਹਾਂਜੀ ਹਾਂਜੀ ਬੇਟਾ ਜਿਹੜਾ ਝੂਠ ਬੋਲਣਾ ਜਾਂ ਗਲਤ ਬੋਲਣਾ, ਦੇਖੋ ਬੰਦਾ ਬੰਦੇ ਨੂੰ ਜਿੱਥੇ ਮਰਜ਼ੀ ਚੱਲ ਜਾਓ ਪਰ ਉਹ ਨਹੀਂ ਮਿਲਦੇ, ਇਨਸਾਨ ਦੇ ਇਨਸਾਨ ਜ਼ਰੂਰ ਕਰਦਾ। ਬਿਲਕੁਲ ਜੀ। ਜੇ ਕਿਤੇ ਗਲਤੀ ਹੋ ਵੀ ਜਾਂਦੀ ਉਹ ਭੁਗਤਣਾ ਚਾਹੀਦਾ ਆ। ਤੇ ਜਿਹੜਾ ਗੁੱਸਾ ਇਹ ਚੋਂ ਅੱਜ ਤੇ ਨਾ ਕੋਈ ਜਿੱਤਿਆ ਤੇ ਨਾ ਕਿਸੇ ਨੇ ਜਿੱਤਣਾ ਹੈ ਬੇਟਾ। ਬਿਲਕੁਲ। ਪੀਸ ਆਫ ਮਾਈਂਡ ਜਿਹੜਾ ਇਹੀ ਦੁਨੀਆ ਨੂੰ ਬਚਾਊਗਾ। ਹਾਂਜੀ। ਇਹੀ ਤੁਹਾਡਾ ਰਿਸ਼ਤਾ, ਇਹੀ ਤੁਹਾਡਾ ਭਾਈਚਾਰਾ ਆ। ਗੁੱਸੇ ਨਾਲ ਕੀ ਹੈ, ਅੱਜ ਤਾਂ ਪਤਾ ਨਹੀਂ ਕੱਲ ਆਉਣਾ ਕਿਤੇ। ਹਾਂਜੀ। ਗੁੱਸੇ ਨਾਲ ਕੋਈ ਜਿੱਤਾ ਦੇਖਿਆ ਬੇਟਾ, ਕੱਲ ਪਤਾ ਕਿਤੇ ਆਉਣਾ ਕਿਤੇ। ਬਿਲਕੁਲ। ਮੈਂ ਨਾ ਬੇਟਾ ਤੇਰੀ ਬਹੁਤ ਇੱਜ਼ਤ ਕਰਦੀ ਰੱਖਦੀ। ਥੈਂਕ ਯੂ ਜੀ। ਦੇਵੋ ਸੰਸਾਰ ਦੀਆਂ ਅੱਖਾਂ ਖੋਲੋ, ਇੱਥੇ ਕੁਝ ਨਹੀਂ ਰੱਖਿਆ ਗੁਰੂ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ ਆਪਣਾ ਜਿਹੜੇ ਵਿਚਾਰ ਹੈਗੇ ਸਾਨੂੰ ਸਾਂਝੇ ਕਰ ਸਕਦੇ ਆ, ਕਿਉਂਕਿ ਗੁੱਸਾ ਜਿਹੜਾ ਹੈਗਾ ਇਹ ਸਾਨੂੰ ਇਹਦਾ ਫਿਜ਼ੀਕਲ ਨੁਕਸਾਨ ਵੀ ਹੁੰਦਾ ਅਤੇ ਮਾਨਸਿਕ ਤੌਰ 'ਤੇ ਵੀ ਸਾਡਾ ਨੁਕਸਾਨ ਹੁੰਦਾ, ਅਤੇ ਸਾਡਾ ਭਾਈਚਾਰਕ ਜਿਹੜੀ ਸਾਂਝ ਹੈਗੀ ਆ ਉਹ ਵੀ ਤਿੜਕਦੀ ਹੈ, ਉਹ ਵੀ ਭੁਰਦੀ ਹੈ, ਉਹ ਵੀ ਟੁੱਟਦੀ ਹੈ। ਅਤੇ ਪਰ ਦੂਸਰੇ ਪਾਸੇ ਇਹ ਵੀ ਹੈ, ਜਦੋਂ ਤੁਹਾਡੇ ਨਾਲ ਬਹੁਤ ਦੇਰ ਤੋਂ ਬੇਇਨਸਾਫੀ ਹੁੰਦੀ ਰਹੇ ਅਤੇ ਤੁਹਾਨੂੰ ਫਿਰ ਜਿਹੜਾ ਹੈਗਾ ਕੁਛ ਨਾ ਕੁਛ ਜਿਹੜਾ ਕਰਨਾ ਪੈਂਦਾ, ਅਤੇ ਉਦੋਂ ਤੁਹਾਨੂੰ ਗੁੱਸਾ ਜ਼ਰੂਰ ਚੜ੍ਹਦਾ ਹੈਗਾ। ਜੇ ਕਿਸੇ ਨਾਲ ਕੋਈ ਬਹੁਤ ਸਾਰੀ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ ਲਿੰਗ ਦੇ ਆਧਾਰ 'ਤੇ, ਜਾਂ ਇਹਨ ਕਿਹੜਾ ਹੈਗਾ ਡਿਸੇਬਿਲਿਟੀ ਦੇ ਆਧਾਰ 'ਤੇ, ਜਾਂ ਕਿ ਰੰਗ ਦੇ ਆਧਾਰ 'ਤੇ, ਜਾਂ ਨਸਲ ਦੇ ਆਧਾਰ 'ਤੇ, ਜਾਂ ਧਰਮ ਦੇ ਆਧਾਰ 'ਤੇ, ਜਾਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਵੈਲਕਮ ਜੀ, ਕੀ ਕਹੋਗੇ ਤੁਸੀਂ ਸੁਮਨ ਸਾਹਿਬ? ਕ੍ਰੋਧ ਡਾਕਟਰ ਸਾਹਿਬ, ਜਿਹੜਾ ਐਂਗਰ ਹੈ, ਗੁੱਸਾ ਆ, ਇਹ ਬਹੁਤ ਹੀ ਖਤਰਨਾਕ ਚੀਜ਼ ਹੈ। ਕਿੰਨੇ ਦਿਨਾਂ ਦੀ ਸਾਧਨਾ, ਜਿਹਨੂੰ ਕਿੰਨੇ ਦਿਨਾਂ ਦਾ ਉਪਕਾਰ, ਇਹ 1 ਮਿੰਟ ਵਿੱਚ ਜਾਲ ਕੇ ਸੁਆਹ ਕਰ ਦਿੰਦਾ। ਔਰ ਇਸ ਨੂੰ ਗੁੱਸਾ ਜਿਹੜਾ ਹੈਗਾ ਕਈ ਲੋਕਾਂ ਦੇ ਹਰ ਤੇ ਜਿਹਨੂੰ ਡਿਪੈਂਡ ਕਰਦਾ, ਹਰ ਇਨਸਾਨ ਦੀ ਆਪੋ ਆਪਣੀ ਨੇਚਰ ਤੇ। ਕਈ ਲੋਕੀ ਸੁਭਾਅ ਦੇ ਗੁੱਸੇ 'ਚ ਹੁੰਦੇ ਆ, ਉਹਨਾਂ ਨੂੰ ਬਚਪਨ ਵਿੱਚ ਉਹਨਾਂ ਦੇ ਟੈਂਪਰ ਨੂੰ, ਉਹਨਾਂ ਦੇ ਐਂਗਰ ਨੂੰ ਕੰਟਰੋਲ ਨਹੀਂ ਕੀਤਾ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਇਹ ਪ੍ਰੋਬਲਮ ਹੈ। ਅਗਰ ਤੁਹਾਨੂੰ ਪਹਿਲਾਂ ਤੋਂ ਪਤਾ ਕਿ ਇਹ ਕੋਈ ਬੱਚਾ ਜਿਹੜਾ ਹੈਗਾ ਇਸ ਵੇਲੇ ਗਰੋ ਅਪ ਹੋ ਰਿਹਾ, ਉਹਦੇ 'ਚ ਐਂਗਰ ਹੈ, ਗੁੱਸਾ ਆ, ਉਹਨੂੰ ਉਸੇ ਬੰਦੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਕਈ ਲੋਕ, ਸਾਡੀ ਮਾਨਸਿਕਤਾ ਇਹ ਹੈਗੀ ਆ ਨਾ ਕਿ ਜੇ ਕੋਈ ਮੁੰਡਾ ਨਾ ਗੁੱਸਾ ਹੋਵੇ, ਗੱਤ ਕਰ, ਕਹਿੰਦੇ ਨਹੀਂ ਇਹ ਬਹੁਤ ਵੱਡਾ ਨਿਕਲੇਗਾ, ਇਹ ਇੱਕ ਖਲਨਾਇਕ ਬਣ ਕੇ ਰਹੇਗਾ, ਇਹ ਸਾਰੇ ਪਿੰਡ ਨੂੰ ਮੂਹਰੇ ਲਾ ਕੇ ਰੱਖੇਗਾ। ਇਹੋ ਜਿਹੀ ਮਾਨਸਿਕਤਾ ਸਾਡੇ ਵਿੱਚ ਹੈ। ਐਂਗਰ ਡਾਕਟਰ ਸਾਹਿਬ ਬਹੁਤ ਹੀ ਭੈੜੀ ਚੀਜ਼ ਆ। ਘਰ ਦਾ ਮਾਹੌਲ ਜਿਹੜਾ ਹੈਗਾ 1 ਮਿੰਟਾਂ ਵਿੱਚ ਖਰਾਬ ਹੋ ਸਕਦਾ। ਬਿਲਕੁਲ ਬਿਲਕੁਲ। 1 ਮਿੰਟਾਂ 'ਚ ਮੈਂ ਜਿਹਨੂੰ ਆਪਣੀ ਜ਼ਿੰਦਗੀ 'ਚ ਬਹੁਤ ਵਾਰੀ ਦੇਖਿਆ ਡਾਕਟਰ ਸਾਹਿਬ, ਅਗਰ ਤੁਸੀਂ ਉਸ ਟਾਈਮ ਨੂੰ ਨਹੀਂ ਸਾਂਭਦੇ ਨਾ, ਤੁਹਾਡੀ ਕੀਤੀ ਕਰਾਈ ਸਾਰੀ ਉਮਰ ਦੀ ਖੂਜ ਪੈ ਸਕਦੀ ਹੈ। ਐਬਸੋਲੂਟਲੀ ਐਬਸੋਲੂਟਲੀ। ਜਿਹਨੂੰ 1 ਮਿੰਟ ਤੁਸੀਂ ਕੰਟਰੋਲ ਕਰ ਜਾਓ ਨਾ, ਉਸ ਗੁੱਸੇ ਨੂੰ, ਉਸ ਟੈਂਪਰ ਨੂੰ ਕੰਟਰੋਲ ਕਰ ਜਾਓ, ਤੇ ਤੁਸੀਂ ਬਹੁਤ ਸਾਰੀਆਂ ਆਪਣੀ ਜ਼ਿੰਦਗੀ ਦੀ ਔਰ ਦੂਸਰੇ ਲੋਕਾਂ ਦੀ, ਆਪਣੇ ਚੁਗਿਰਦੇ ਦੀ, ਆਪਣੇ ਭੈਣਾਂ ਭਰਾਵਾਂ ਦੀ ਜ਼ਿੰਦਗੀ ਬਚਾ ਜਾਂਦੇ ਆ। ਬਿਲਕੁਲ ਬਚਾਉਂਦੇ। ਅਗਰ ਉਸ ਟਾਈਮ ਨੂੰ ਤੁਸੀਂ ਕੰਟਰੋਲ ਨਹੀਂ ਕਰਦੇ ਤੇ ਇਹ ਇੰਨਾ ਡਿਸਟਰੋਏ ਕਰ ਸਕਦਾ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ। 1 ਮਿੰਟ ਤੁਸੀਂ ਆਪਣੇ ਘਰ ਦੇ ਵਿੱਚ ਪਿਆਰ ਮੁਹੱਬਤ ਸਭ ਕੁਝ ਨਾਲ ਖੇਡਦੇ ਆ, ਮਾੜੀ ਜਿਹੀ ਗੱਲ ਤੇ ਕੋਈ ਟੈਂਪਰ ਲੂਜ਼ ਕਰ ਗਏ, ਜਿਹਨੂੰ ਘਰ ਵਿੱਚ ਮਾਹੌਲ ਖਰਾਬ ਹੋ ਗਿਆ, ਸਾਰਾ ਸਿਸਟਮ ਹੀ ਖਰਾਬ ਹੋ ਜਾਏਗਾ। ਬਿਲਕੁਲ ਬਿਲਕੁਲ। ਇਸ ਕਰਕੇ ਮੈਂ ਇਹ ਕਹੂੰਗਾ ਕਿ ਠੀਕ ਆ, ਜਿਸ ਵੇਲੇ ਬੱਚਾ ਇਨਸਾਨ ਇਹ ਸਾਲ ਦਾ ਜਿੰਨਾ ਮੈਂ ਕਹੂੰਗਾ ਕਿ ਆਪਣੇ ਇਸ ਟੈਂਪਰ ਨੂੰ, ਇਹਦਾ ਇਲਾਜ ਆ। ਅਗਰ ਤੁਹਾਨੂੰ ਨਹੀਂ ਕੰਟਰੋਲ ਹੁੰਦਾ ਤੇ ਇੱਥੇ ਕਾਉਂਸਲਰ ਸੇ ਏਜੰਟ ਮਾਤਾ ਜੀ ਨੂੰ ਡਾਕਟਰ ਕੋਲ ਜਾਓ ਵੀ ਆਹ ਪ੍ਰੋਬਲਮ ਆ, ਉਹ ਸਾਈਕਾਟ੍ਰਿਸਟ ਕੋਲ ਤੋਂ ਭੇਜੇਗਾ ਉਹਨੂੰ ਟੈਂਪਰ ਕੰਟਰੋਲ ਕਰਨ ਵਾਸਤੇ, ਉਹਦਾ ਐਂਗਰ ਕੰਟਰੋਲ ਕਰਨ ਵਾਸਤੇ। ਜਿਹਨੂੰ ਇੱਥੇ ਇਹ ਚੀਜ਼ਾਂ ਇੱਥੇ ਹੈਗੀਆਂ, ਸਭ ਕੁਝ ਹੈਗੀਆਂ। ਐਂਗਰ ਮੈਨੇਜਮੈਂਟ ਹੈ, ਟੈਂਪਰ ਨੂੰ, ਤੁਹਾਡੀ ਆਦਤਾਂ ਨੂੰ, ਸਭ ਕੁਝ ਨੂੰ ਕੰਟਰੋਲ ਕਰਨ ਵਾਸਤੇ ਦੇਰ ਸਿਸਟਮ ਹੀ ਆ। ਉਹ ਸਿਸਟਮ ਦਾ ਫਾਇਦਾ ਉਠਾਓ। ਔਰ ਮੈਂ ਇਹ ਕਹਾਂਗਾ ਕਿ ਕੰਟਰੋਲ ਜਿਹੜਾ ਨਾ, ਮਤਲਬ ਜਿਹੜਾ ਕ੍ਰੋਧ ਹੈ ਡਾਕਟਰ ਸਾਹਿਬ, ਇਹ ਮਿੰਟਾਂ ਵਿੱਚ ਤੁਹਾਡੇ ਕੀਤੇ ਗਏ ਬਾਗ ਨੂੰ ਖਤਮ ਕਰ ਦੇਗਾ, ਤੁਹਾਡੀ ਸਾਰੀ ਉਮਰ ਦੀ ਤਪੱਸਿਆ ਨੂੰ ਖਤਮ ਕਰ ਦੇਗਾ, ਤੁਹਾਡੀ ਸਾਰੀ ਉਮਰ ਦੀ ਸਟਰਗਲ ਨੂੰ ਮਿੰਟਾਂ 'ਚ ਖਤਮ ਕਰ ਦੇਗਾ। ਤੁਹਾਡਾ ਘਰ 1 ਮਿੰਟ ਵਾਸਤੇ ਤੁਸੀਂ ਪਰ ਇੱਕਦਮ ਮੀਆਂ ਬੀਵੀ ਆ ਦੋਨੇ, ਲੱਗੀ ਨਾ, ਤੁਸੀਂ ਮਾੜੀ ਜਿਹੀ ਗੱਲ ਤੇ ਤੁਸੀਂ ਆਪੋ 'ਚ ਤੁਸੀਂ ਬਹਿਸ ਪਏ, ਇੱਕ ਦੂਸਰੇ ਨੇ ਉਸ ਟੈਂਪਰ ਨੂੰ ਕੰਟਰੋਲ ਨਹੀਂ ਕੀਤਾ, ਤੁਸੀਂ ਕਿੰਨਾ ਹੀ ਡਿਸਟਰੋਏ ਕਰ ਜਾਓਗੇ ਔਰ ਬਾਅਦ ਵਿੱਚ ਤੁਸੀਂ ਪਛਤਾਵੋਗੇ। ਲੇਕਿਨ ਡੈਮੇਜ ਇੰਨਾ ਹੋ ਜਾਂਦਾ ਕਿ ਉਹਨੂੰ ਰਿਪੇਅਰ ਕਰਨਾ ਮੁਸ਼ਕਲ ਬਹੁਤ ਹੋ ਜਾਂਦਾ। ਹੈਲੋ ਡਾਕਟਰ ਸਾਹਿਬ। ਹਾਂਜੀ ਹਾਂਜੀ, ਮੈਂ ਸੁਣ ਰਿਹਾ ਜੀ। ਮੈਂ 1-2 ਲਾਈਨਾਂ ਕਹੂੰਗਾ ਤੁਹਾਨੂੰ। ਕਹੋ ਫਿਰ ਕਹਾਂਗਾ ਇਹਦੇ ਬਾਰੇ ਜ਼ਰੂਰ ਜ਼ਰੂਰ। ਇੱਕ फूल गर चाहे, एक फूल चाहे तो गुलशान बन जाए, एक बूंद गर चाहे तो तूफान बन जाए, एक खून के कतरे में तासीर वो है, एक कौम की तारीख का अनवान बन जाए।
सो देखो ਜਿਹੜਾ ਨਾ ਠੀਕ ਆ ਗੁੱਸਾ ਵੀ ਆਉਣਾ ਚਾਹੀਦਾ ਇਨਸਾਨ ਨੂੰ, ਕ੍ਰੋਧ ਵੀ ਆ, ਪਰ ਉਹ ਕਿਸੇ ਰੀਜ਼ਨ ਤੇ ਹੋਣਾ ਚਾਹੀਦਾ, ਕਿਸੇ ਕੌਜ਼ ਲਈ ਹੋਣਾ ਚਾਹੀਦਾ, ਯੂ نو। ਪਰ ਇਹ ਨਹੀਂ ਕਿ ਤੁਸੀਂ ਗੁੱਸੇ ਚ ਆਣ ਕੇ ਆਪਣਾ ਆਪ ਡਿਸਟਰੋਏ ਕਰੋ, ਆਪਣੇ ਪਰਿਵਾਰ ਨੂੰ ਖਰਾਬ ਕਰੋ, ਆਪਣੇ ਰਿਸ਼ਤੇਦਾਰਾਂ ਨੂੰ ਖਤਮ ਕਰੋ। ਮੈਂ ਇੱਕ ਗੱਲ ਹਮੇਸ਼ਾ ਹੀ ਕਹੂੰਗਾ ਹਰ ਇੱਕ ਨੂੰ, ਮੈਂ ਜ਼ਿੰਦਗੀ ਚ ਕਿ ਨਾ ਡਾਕਟਰ ਸਾਹਿਬ ਉਦੋਂ ਗਲਤੀ ਕੀਤੀ ਆ, ਹਾਂਜੀ, ਹਲਕੀ ਰਿਸ਼ਤੇਦਾਰੀ ਚ ਮੈਂ ਗੱਲ ਕਰਦਾ, ਇੱਕ ਮੈਨੂੰ ਗੱਲ ਯਾਦ ਹੈ, ਹਾਂਜੀ ਹਾਂਜੀ, मैं उसों अपनी जिंदगी से एक फैसला कर लिया कि अगर मेरे किसी ना मेरे रिश्तेदारी भैन भरावां च रिश्तेदारी कोई 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 मर्जी फर्क है ना, तो मैं वो टेलीफोन से कभी भी डिस्कस नहीं करूंगा, हमेशा फेस टू फेस करूंगा, क्योंकि टेलीफोन से तुसी अगले को देखते नहीं है, बिल्कुल बिल्कुल एक्सप्रैशन नहीं देखते, तुसी वो अंधेरे दे विच बहुत सारियां गल्लां कह सकते हैं जिहड़ियां बहुत सारियां हर्ट कर सकदियां, बिल्कुल बहुत सारियां डैमेज कर सकदियां। इस करके मैं अपनी जिंदगी तो कहना कि अगर थोड़े मन में कभी गुस्सा आ गया, दूसरे को एक गल कहनी है, प्लीज उन्होंने टेलीफोन से कभी ना कहो, ये बहुत सारा डैमेज हो सकता। एनीवे डॉक्टर साहब बहुत मेहरबानी, बहुत मेहरबानी सुमन साहब, बहुत मेहरबानी, थोड़ा वेलकम फिर रहूगा अगले हफ्ते भी। ये तो असी जी हरभजन सुमन होनी बहुत ही प्यारी गल्लां करके आए है, तुसीं भी साडे नाल साझ पा सकते हैं। सब तो 6 मिनट बाकी है, जी गल उन्होंने एक बड़ी वधिया की जी कि मैं तुहाडे नाल शुरू से गल कर रहा है भी जोड़ा जो तुहाडे नाल बहुत सारी बेइंसाफी होंदी होवे, तुहानूं बहुत ज़्यादा। हेलो जी, कौन तो जी, कित्थों बोलते हैं जी? मैं मीनू से बोल रही हूँ, अर्चना। हाँ जी अर्चना जी, की कहना चाहोगे? मैं ये कहना चाहती हूँ कि आपका ये प्रोग्राम जो है ना बहुत ही अच्छा है, ऐसे विषय आप लेके आते हैं जो कि हर इंसान के साथ जुड़े हुए हैं, सबके साथ, सबको, तो इसके लिए मैं आपको रियली एक्सीलेंट है और आपको मैं बधाई के पास कहती हूँ, बहुत ही अच्छा ये आप लेके आए हैं। बिफोर मैं स्टार्ट करने से यही कहूँगी कि जो एंगर है सबसे ज़्यादा इफेक्ट हमारी जो फैमिली रिलेशनशिप है, चाहे वो फैमिली हो चाहे कहीं भी, उसको खराब करता है और हमारी सोशल लाइफ को खराब करता है। तो हमें रहने के लिए सोशल लाइफ भी चाहिए और रिलेशनशिप भी चाहिए, तो इसके लिए हमें अपने आप को सोचना चाहिए पहले, किसी चीज़ के बीच में लाने, किसी के चीज़ के ऊपर कोई भी स्टेप लेने के लिए। इसका इफेक्ट हमारे शरीर पर पड़ता है, हमारी हेल्थ पर पड़ता है। पर ये क्यों होता है? क्योंकि हम लोगों को इग्नोर करते हैं, हम लोगों से बात नहीं करते, इग्नोर करके चले जाते हैं। वो इंसान सोचा कि मैं बात करना है, कोई जरूरी मैसेज देना है, तो हम उसे इग्नोर कर देते हैं। और कभी कभी हम ऐसे करते हैं, जो बंदा वो कह रहा है उसको कहते हैं, उसको गलत बोलते हैं, जो कि उसने गलती नहीं की, उसने कोई रॉन्ग बात नहीं की, पर उसको हम कहते नहीं तूने ही गलत किया। उसके जो एक्सपीरियंस का पास है उसको डिनाई करते, नहीं नहीं ये हो ही नहीं सकता, ये हो ही नहीं सकता, उसकी फीलिंग्स को हर्ट करते हैं और बुलिंग करते। जो बच्चे छोटे होते हैं उनको शुरू में तो हम उनको बोलने नहीं देते, आंख से आंख नहीं मिलाना, जो हम कह रहे हैं वही सही है। वो अपने आप को एक्सप्लेन ही नहीं कर पाता छोटे होते से ही कि उसकी फॉल्ट नहीं है, वो चुपचाप अपने माँ बाप से बातें सुनता और डरा फटकार सुन के वो वैसे ही बड़ा हो जाता है। आगे जाके वह स्कूल जाता है, जब स्कूल में उसे कोई गलती नहीं है, लोग उसे बुलिंग करते हैं, वो फिर नहीं बोलता क्योंकि उसको यूज टू बना दिया अपने बच्चे को घर से ही, शुरू से ही, कि उसको आगे माँ बाप के आगे बोलना नहीं, बड़ों के आगे बोलना नहीं। पर उसको ये चांस जरूर दो कि अगर तुम बताओ तुमने क्यों कहा, क्यों किया, या किसी ने तुम्हारे से ये क्यों किया, ये उससे पूछना चाहिए। उसे बिठा के ना कि उसको झटके देने लग जाए। अगर उससे पढ़ा नहीं है, उसको उसका टाइम टेबल बनाना चाहिए, इस टाइम से में क्या करना है। इसके साथ जो चाइल्डहुड है और अप ब्रिंगिंग है, इसका बहुत इफेक्ट पड़ता है हमारे गुस्से के ऊपर। तो इसलिए जब इनजस्टिस होता है किसी के साथ, उसको बहुत गुस्सा आता है कि वाई मी, मेरे साथ क्यों हो रहा है ये सब। जब हम किसी की रिस्पेक्ट नहीं करते तो उसको रिस्पेक्ट देनी है, उसको रिस्पेक्ट नहीं देते, उसका अब्यूज करके जाते हैं और अब्यूज लैंग्वेज बोलते हैं और उधर भी ये लड़ाई झगड़ा होता है। और इसका फिजिकल थ्रेट देना, विदाउट रीजन ब्लेम करना किसी को और इंसल्ट करना और उसको गलत इन्फॉर्मेशन देना, और जो कि वो आगे जाके पास ऑन करेगा। इसके साथ हमारी इस बात के लिए हमें बहुत ध्यान रखना चाहिए कि हमारा रिलेशनशिप, हमारे जो भी फ्रेंड्स हैं उनके साथ हमें बैठ कर ही बात करनी चाहिए। अगर तुम्हें किसी बात के लिए कोई भी तुम्हारी आपस में मिसअंडरस्टैंडिंग हो गई है, उसके लिए आप एक जगह बैठो, कम्युनिकेशन करें। ये चीजें मोस्टली हमारी जो पार्टीज होती हैं वहाँ जो झगड़े होते हैं, उसका एक रीजन अल्कोहल भी होता है। पर उसके लिए मैं यही कहूँगी कि
आप एक जगह बैठें और उसके साथ बात करें और उसको प्रॉब्लम को सॉल्व करें, क्योंकि इसी गुस्से के कारण कई बार मर्डर तक हो जाते हैं। बात कुछ भी नहीं होती, बात कुछ भी नहीं होती, पर उस छोटी सी बात के लिए मर्डर तक कर देते लोग। तो इसलिए जब ऐसी सिचुएशन आ जाए, आपको उस सिचुएशन से बाहर निकलना चाहिए। थोड़ी देर अपने हाथ मुट्ठी बंद करो, डीप ब्रेथ लो और जस्ट अवे हो जाओ। और आप इसके लिए रिलैक्सेशन क्लासेज जो वो ज्वाइन करें और रिलैक्स करें और सोचें कि मैं रिलैक्स करूंगा, और ये वो अपने आप को ये कहे टेक इट इजी, काम डाउन, एवरीथिंग, सब कुछ ठीक हो जाएगा। और योगा क्लासेस जो है वो बड़ी हेल्प करती हैं आपको इस सिचुएशन से निकलने के लिए। पर यदि कोई इससे सबसे जो आता है, अगर कोई तुम्हें सॉरी कहता है उसको माफ कर दो और उससे बिग बात करो, पर उससे अवेयर हो कि सम पीपल दे नेवर चेंज। वो बार बार तुम्हें जब तंग करते हैं उनसे परे हो जाओ। पर और सबसे बड़ी बात है, बाहर लोगों की बात तुम्हें बिल्कुल मत आओ। तुम्हारी फैमिली पास्ट है, लोग तुम्हें बताएंगे तुम्हारा हस्बैंड ऐसा है, जब घर में फोन करेंगे तुम्हारे हस्बैंड को या वाइफ को अगेंस्ट करेंगे। बी केयरफुल हो, इन लोगों से दूर रहो। ऐसे लोग तुम्हारे घर को उजाड़ना चाहते हैं, उनको इसमें खुशी मिलती है। कई लोगों को खुशी मिलती है, आप नहीं लड़ते पर दूर बैठे तमाशा देखते हैं, दो जनों को लड़ाकर। और उसके साथ इसलिए हमेशा सब चीजों के बारे में पहले छानबीन करो और ये सोचो कि सब क्यों हो रहा है, क्या हुआ है, सबके ऊपर देखो। गुस्से को जो है वो अपने को छोड़ना चाहिए और अपनी जो है लाइफ को इजी बनाओ, अपनी लाइफ को। और इसमें तुम सबसे अपना जो है नेगेटिव थिंकिंग से उसको छोड़ दो, हर चीज में नेगेटिव देखना, ये बात छोड़कर ट्राई टू फाइंड पॉजिटिव। जब आप पॉजिटिव कोशिश करोगे तो आपका गुस्सा जो है अपने आप निकलेगा। थैंक यू वेरी मच, थैंक यू अर्चना जी, थैंक यू अर्चना जी। अगले हफ्ते ਤੁਹਾਨੂੰ फिर मैं एक होर किसी सब्जेक्ट ਨੂੰ ਲੈ ਕੇ ਤੁਹਾਡੇ रूबरू होऊंगा। मैं अपने टैक्नीशियंस ਦਾ, विजय मोमी जी ਦਾ ਤੇ मैनेजमेंट कमेटी ਦਾ बहुत ਧੰਨਵਾਦੀ ਹਾਂ ਤੇ ਬੰਗਾ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਪਲੇਟਫਾਰਮ ਦਿੱਤਾ ਹੈਗਾ ਤਾਂ ਕਿ ਮੈਂ ਤੁਹਾਡੇ ਨਾਲ रूबरू हो सकां ਤੇ ਇਹੋ ਜਿਹਾ ਵਿਸ਼ੇ ਲੈ ਕੇ ਆਵਾਂ ਸ਼ਾਇਦ ਜਿਹੜੇ ਕਿ ਹੋਰਾਂ ਟੈਲੀਵਿਜ਼ਨਾਂ ਤੇ ਹੋਰਾਂ ਰੇਡੀਓ ਤੇ ਹੋਰਾਂ ਮੀਡੀਆ ਤੇ ਸ਼ਾਇਦ ਨਹੀਂ ਡਿਸਕਸ ਕੀਤੇ ਜਾਂਦੇ। ਤੇ ਮੈਂ ਇਸੇ ਕਰਕੇ ਆਪਣੀ ਕਿਤਾਬ ਜਿਹੜੀ ਹੈਗੀ ਉਹਦੇ ਵਿੱਚ ਇਹੋ ਜਿਹਾ ਲੇਖ ਲਿਖੇ ਹੈਗੇ ਆ ਜਿਹੜੇ ਕਿ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਆ, ਜਿਨ੍ਹਾਂ ਨਾਲ ਤੁਹਾਡਾ ਵਾਸਤਾ ਪੈਂਦਾ ਹੈਗਾ, ਐਵਰੀ ਡੇ ਪੈਂਦਾ, ਹਰ ਵੇਲੇ ਪੈਂਦਾ। ਤੇ ਉਹਨਾਂ ਵਿਸ਼ਿਆਂ ਨੂੰ ਮੈਂ ਤੁਹਾਡੇ ਨਾਲ डिस्कस करदा, ਤੁਹਾਡੇ ਨਾਲ ਜਿਹੜਾ ਉਹਨਾਂ ਨਾਲ ਸੰਵਾਦ ਰਚਾਉਣਾ ਤਾਂ ਕਿ ਅਸੀਂ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚ ਸਕੀਏ। ਜਿਸ ਤਰ੍ਹਾਂ ਮੈਂ ਬਾਰ-ਬਾਰ ਇਹ ਗੱਲ ਕਰਦਾ ਹੁੰਦਾ ਕਿ ਕੋਈ ਵੀ ਅੰਤਮ ਸੱਚ ਨਹੀਂ ਹੁੰਦਾ ਤੇ ਉਸ ਅੰਤਮ ਸੱਚ ਦੀ ਭਾਲ ਵਿੱਚ, ਇਸ ਸੋਚ ਦੇ ਸਫ਼ਰ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਉਹਦੀ ਭਾਲ ਕਰ ਰਹੇ ਹਾਂ। ਤੇ ਅਗਲੇ ਹਫ਼ਤੇ ਜਿਹੜਾ ਹੈਗਾ ਮੈਂ ਤੁਹਾਨੂੰ ਫਿਰ ਕਿਸੇ ਹੋਰ ਵਿਸ਼ੇ ਨਾਲ ਮਿਲੂੰਗਾ ਤੇ ਮੈਨੂੰ ਇੱਥੇ ਇਜਾਜ਼ਤ ਦਿਓ। ਇੱਥੇ ਜਾਣ ਕੇ ਮੈਂ ਗੁੱਡ ਬਾਏ ਕਰਦਾ। ਥੈਂਕ ਯੂ ਵੈਰੀ ਮੱਚ।